ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਪੇਪਰ ਦੀ ਤਿਆਰੀ ਕਰ ਰਹੇ ਹੋਵੋਗੇ। ਦੋਸਤੋ, ਜਿਵੇਂ ਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਤੇ ਅੱਜ ਜਿਹੜਾ ਹੈ ਭਾਰਤ ਦਾ ਸਭ ਤੋਂ ਵਧੀਆ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਦੀਵਾਲੀ। ਤਾਂ ਫਸਟ ਆਫ ਆਲ ਹੈਪੀ ਦੀਵਾਲੀ ਟੂ ਆਲ। ਸਾਰੇ ਹੀ ਮੇਰੇ ਪਿਆਰੇ ਦੋਸਤਾਂ ਨੂੰ ਇਸ ਦੀਵਾਲੀ ਦੇ ਅਵਸਰ 'ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਦੋਸਤੋ, ਵੈਸੇ ਤਾਂ ਇੱਕ ਐਸਪੀਰੈਂਟਸ ਲਈ, ਇੱਕ ਸਿੱਖਿਆਰਥੀ ਲਈ ਸਭ ਤੋਂ ਵੱਡਾ ਤਿਉਹਾਰ ਉਦੋਂ ਮਨਾਇਆ ਜਾਂਦਾ ਹੈ ਜਦੋਂ ਉਸ ਦਾ ਰਿਜ਼ਲਟ ਦੀ ਲਿਸਟ ਵਿੱਚ ਉਸ ਦਾ ਨਾਮ ਦਿਖ ਜਾਵੇ ਨਾ, ਤਾਂ ਉਸੇ ਦਿਨ ਦੀਵਾਲੀ, ਹੋਲੀ ਅਤੇ ਈਦ ਮਨਾ ਲਏ ਜਾਂਦੇ ਹਨ। ਤਾਂ ਉਸ ਤੋਂ ਪਹਿਲਾਂ ਦੇ ਜਿਹੜੇ ਤਿਉਹਾਰ ਫਿੱਕੇ ਲੱਗਦੇ ਹਨ। ਸਹੀ ਤਿਉਹਾਰ ਤਾਂ ਉਦੋਂ ਵਧੀਆ ਲੱਗਦੇ ਹਨ ਜਦੋਂ ਸਾਨੂੰ ਸਾਡਾ ਗੋਲ ਮਿਲ ਜਾਂਦਾ ਹੈ, ਸਾਡਾ ਟਾਰਗੇਟ ਅਚੀਵ ਹੋ ਜਾਂਦਾ ਹੈ, ਮਤਲਬ ਕਿ ਸਰਕਾਰੀ ਕਲਮ। ਤਾਂ ਦੋਸਤੋ, ਪਰਮਾਤਮਾ ਅੱਗੇ ਦੁਆ ਕਰਦੇ ਹਾਂ ਅਤੇ ਤੁਹਾਡੀ ਮਿਹਨਤਾਂ ਨੂੰ ਜਿਹੜਾ ਫਲ ਲੱਗੇ। ਤਾਂ ਇਸੇ ਉਮੀਦ ਨਾਲ ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਇੰਪੋਰਟੈਂਟ ਵੀਡੀਓ ਲੈ ਕੇ। ਤਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੇਰੇ ਇਸ ਚੈਨਲ 'ਤੇ ਅਗਰ ਕੋਈ ਮੇਰਾ ਵੀਰ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਤਾਂ ਉਹ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਏ ਅਤੇ ਬੈਲ ਆਈਕਨ ਨੂੰ ਦਬਾ ਲਵੇ ਤਾਂ ਕਿ ਉਹਨੂੰ ਹਰ ਨੋਟੀਫਿਕੇਸ਼ਨ ਪਹਿਲ ਦੇ ਆਧਾਰ 'ਤੇ ਮਿਲ ਜਾਵੇ। ਦੋਸਤੋ, ਤੁਹਾਨੂੰ ਦੱਸ ਦੇਵਾਂ ਇਸ ਚੈਨਲ 'ਤੇ PS ਟੈਟ 2024 ਦੀ ਸਪੈਸ਼ਲ ਫਿਜ਼ੀਕਲ ਐਜੂਕੇਸ਼ਨ ਪੇਪਰ 2 ਅਤੇ ਪੇਪਰ 1 ਦੀ ਤਿਆਰੀ ਕਰਵਾਈ ਜਾਂਦੀ ਹੈ। ਵਧੀਆ ਮਟੀਰੀਅਲ, ਵਧੀਆ ਜਿਹੜੇ ਕੰਟੈਂਟ ਦੇ ਨਾਲ। ਬਹੁਤ ਸਾਰੇ ਚੈਨਲ ਪੇਡ ਕਲਾਸਾਂ ਲੈ ਕੇ ਤਿਆਰੀ ਕਰਵਾ ਰਹੇ ਹਨ, ਪਰ ਅਸੀਂ ਇੱਥੇ ਫ੍ਰੀ ਆਫ ਕਾਸਟ ਉਸੇ ਤੋਂ ਵਧੀਆ ਮਟੀਰੀਅਲ, ਵਧੀਆ ਜੋ ਅਥੈਂਟਿਕ ਮਟੀਰੀਅਲ ਲੈ ਕੇ ਤੁਹਾਡੇ ਲਈ ਆਉਂਦੇ ਹਾਂ ਔਰ ਮੋਸਟ ਇੰਪੋਰਟੈਂਟ ਕੁਐਸਚਨ ਲੈ ਕੇ ਆਉਂਦੇ ਹਾਂ ਜਿਹੜੇ ਕਿ ਤੁਹਾਡੇ ਪੇਪਰ ਕਲੀਅਰ ਕਰਨ ਵਿੱਚ ਹੈਲਪ ਦੇਣਗੇ। ਤਾਂ ਦੋਸਤੋ, ਇਹ ਸਾਡੀ ਹੈਲਥ ਐਜੂਕੇਸ਼ਨ ਦਾ ਸੈਕੰਡ ਪਾਰਟ ਹੈ ਅਤੇ ਜੋ ਫਸਟ ਪਾਰਟ ਹੈ ਉਹ ਅਸੀਂ ਆਲਰੇਡੀ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਨਹੀਂ ਦੇਖਿਆ ਤਾਂ ਪਹਿਲਾਂ ਫਸਟ ਪਾਰਟ ਨੂੰ ਦੇਖਣਾ ਜ਼ਰੂਰੀ ਹੈ, ਕਿਉਂਕਿ ਜੋ ਹੈਲਥ ਐਜੂਕੇਸ਼ਨ ਹੈ ਉਹਦਾ ਬੇਸਿਕ ਔਰ ਮੈਕਰੋ ਜੋ ਨਿਊਟ੍ਰੀਐਂਟ ਅਸੀਂ ਉਹਦੇ ਵਿੱਚ ਕੀਤੇ ਹੈ। ਅਸੀਂ ਉਹਦੇ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ ਔਰ ਫੈਟ ਬਾਰੇ ਅਸੀਂ ਡਿਟੇਲ ਵਿੱਚ ਪੜ੍ਹਿਆ ਹੈ ਔਰ ਕਿਸ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਉਹਦੇ ਬਾਰੇ ਵੀ ਦੱਸਿਆ ਹੈ। ਤਾਂ ਇਸ ਦੀ ਅੱਜ ਦੀ ਜੋ ਵੀਡੀਓ ਹੈ ਉਹ ਸਾਡੀ ਸੈਕੰਡ ਪਾਰਟ ਹੈ, ਜਿਹੜੀ ਕਿ ਮਾਈਕਰੋ ਨਿਊਟ੍ਰੀਐਂਟ 'ਤੇ ਹੈ, ਜਿਹਦੇ ਵਿੱਚ ਵਿਟਾਮਿਨ, ਮਿਨਰਲਸ ਆ ਜਾਂਦੇ ਹਨ। ਇਹ ਵੀ ਬਹੁਤ ਇੰਪੋਰਟੈਂਟ ਜੋ ਟੌਪਿਕ ਹੈ, ਜੋ ਹਰ ਪੇਪਰ ਵਿੱਚ ਇਹਦੇ ਵਿੱਚੋਂ ਕੁਐਸਚਨ ਬਣਦੇ ਹੀ ਬਣਦੇ ਹਨ ਔਰ ਇਹ ਸਾਰਿਆਂ ਲਈ ਬਹੁਤ ਹੀ ਜੋ ਜ਼ਰੂਰੀ ਵੀਡੀਓ ਹੈ। ਇਹਨੂੰ ਤੁਸੀਂ ਧਿਆਨ ਨਾਲ ਦੇਖਣਾ ਔਰ ਨੋਟ ਕਰਨਾ ਹੈ ਅਤੇ ਆਪਣਾ ਕਾਪੀ ਪੈਨ ਆਪਦੇ ਕੋਲ ਰੱਖਣਾ ਹੈ। ਤਾਂ ਦੋਸਤੋ, ਅੱਜ ਦੀ ਜੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ, ਇਸ ਵਿੱਚ ਅਸੀਂ ਇਸ ਵਿੱਚੋਂ ਜੋ ਕੁਐਸਚਨ ਬਣਨਗੇ ਉਹ ਨਾਲ ਨਾਲ ਡਿਸਕਸ ਕਰਦੇ ਜਾਵਾਂਗੇ। ਕਿਹੜੇ ਕੁਐਸਚਨ ਪਹਿਲਾਂ ਆਲਰੇਡੀ ਆ ਚੁੱਕੇ ਹਨ ਔਰ ਕਿਹੜੇ ਆ ਸਕਦੇ ਫਿਊਚਰ ਵਿੱਚ, ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਤੈਨੂੰ ਧਿਆਨ ਨਾਲ ਦੇਖਣਾ। ਤਾਂ ਸਭ ਤੋਂ ਪਹਿਲਾਂ ਵਿਟਾਮਿਨਸ ਜੋ ਹੈ ਇਹ ਮਾਈਕਰੋ ਨਿਊਟ੍ਰੀਐਂਟ ਵਿੱਚ ਆਉਂਦੇ ਹਨ। ਮਾਈਕਰੋ ਨਿਊਟ੍ਰੀਐਂਟ ਵਿੱਚ ਇੱਥੇ ਇਸ ਸਲਾਈਡ ਵਿੱਚ ਜਿਹੜੇ ਕੁਐਸਚਨ ਬਣ ਸਕਦੇ ਹਨ, ਫਸਟਲੀ ਕਿ ਜੋ ਵਿਟਾਮਿਨਸ ਹੈ ਉਹ ਕਿਹੜੇ ਤਰ੍ਹਾਂ ਦੇ ਨਿਊਟ੍ਰੀਐਂਟ ਹੈ? ਮਾਈਕਰੋ ਨਿਊਟ੍ਰੀਐਂਟ। ਮਾਈਕਰੋ ਨਿਊਟ੍ਰੀਐਂਟ ਕਿਹੜੇ ਹੁੰਦੇ ਆ? ਜਿਹੜੇ ਕਿ ਬੋਡੀ ਨੂੰ ਸਮੋਲ ਅਮਾਊਂਟ ਵਿੱਚ, ਬਿਲਕੁਲ ਥੋੜ੍ਹੀ ਅਮਾਊਂਟ ਵਿੱਚ ਰਿਕੁਆਇਰਮੈਂਟ ਹੁੰਦੀ ਹੈ, ਜ਼ਰੂਰਤ ਹੁੰਦੀ ਹੈ ਅਤੇ ਬਟ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਹਨ ਬੋਡੀ ਦੀ ਗਰੋਥ ਐਂਡ ਮੇਨਟੇਨੈਂਸ ਲਈ। ਦੂਸਰਾ ਕੁਐਸਚਨ ਜਿਹੜਾ ਬਣ ਸਕਦਾ ਹੈ ਕਿ ਜੋ ਵਿਟਾਮਿਨਸ ਹੈ ਉਸ ਦੀ ਖੋਜ ਹੈ ਕਿਸ ਨੇ ਕੀਤੀ ਸੀ? ਜੋ ਖੋਜ ਕਦੋਂ? ਠੀਕ ਹੈ। ਔਰ ਸਭ ਤੋਂ ਪਹਿਲਾ ਜੋ ਵਿਟਾਮਿਨ ਸੀ, ਸਭ ਤੋਂ ਪਹਿਲਾ ਵਿਟਾਮਿਨ ਕਿਹੜਾ ਖੋਜਿਆ ਸੀ? ਇਹ ਤਿੰਨ ਕੁਐਸਚਨ ਬਣਦੇ ਹਨ। ਜੋ ਵਿਟਾਮਿਨ ਖੋਜਿਆ ਸੀ ਉਹ ਖੋਜ ਕੀਤੀ ਸੀਗੀ ਇਹਦੀ ਕੈਸਮਰ ਫੰਕ ਨੇ। ਨੋਟ ਕਰ ਲੈਣਾ, ਕੈਸਮਰ ਫੰਕ। ਕਦੋਂ ਕੀਤੀ ਸੀ? 1912 ਵਿੱਚ। ਔਰ ਸਭ ਤੋਂ ਪਹਿਲਾਂ ਜੋ ਵਿਟਾਮਿਨ ਖੋਜਿਆ ਸੀ ਉਹ ਵਿਟਾਮਿਨ ਏ ਸੀ। ਤਾਂ ਦੋਸਤੋ, ਇਹ ਤਿੰਨ ਕੁਐਸਚਨ ਬਣ ਜਾਂਦੇ ਹਨ ਕਿ ਵਿਟਾਮਿਨ ਦੀ ਖੋਜ ਕਿਸ ਨੇ ਕੀਤੀ? ਕਸ਼ਮੀਰੀ ਫੰਕ ਨੇ, ਕੈਸਮਰ ਫੰਕ। ਇਹਨੂੰ ਤੁਸੀਂ ਯਾਦ ਕਰ ਲਈ, ਕਸ਼ਮੀਰੀ ਕਹਿ ਸਕਦੇ ਹੋ ਤਾਂ ਕਿ ਜਲਦੀ ਯਾਦ ਰਹੇ ਜੇ। ਕਦੋਂ ਕੀਤੀ ਸੀ? 1912 ਵਿੱਚ। ਔਰ ਸਭ ਤੋਂ ਪਹਿਲਾਂ ਕਿਹੜਾ ਵਿਟਾਮਿਨ ਖੋਜਿਆ ਗਿਆ ਸੀ? ਵਿਟਾਮਿਨ ਏ ਖੋਜਿਆ ਗਿਆ ਸੀ। ਇਹ ਯਾਦ ਰੱਖਣਾ। ਇਸ ਤਰ੍ਹਾਂ ਦੇ 4 ਕੁਐਸਚਨ ਇਸੇ ਸਲਾਈਡ ਵਿੱਚ ਬਣ ਜਾਂਦੇ ਹਨ ਆਪਣੇ। ਤਾਂ ਵਿਟਾਮਿਨ, ਇੱਥੇ ਕੁਐਸਚਨ ਹੋਰ ਵੀ ਬਣ ਜਾਂਦਾ ਹੈ ਕਿ ਵਿਟਾਮਿਨ ਜੋ ਹੈ ਐਨਰਜੀ ਨਹੀਂ ਦਿੰਦੇ। ਐਨਰਜੀ ਨਹੀਂ ਦਿੰਦੇ ਇਹ, ਕਿਉਂਕਿ ਐਨਰਜੀ ਦੇਣ ਵਾਲੇ ਅਸੀਂ ਜਿਹੜੇ ਨਿਊਟ੍ਰੀਐਂਟ, ਮਾਈਕਰੋ ਨਿਊਟ੍ਰੀਐਂਟ ਵਿੱਚ ਪੜ੍ਹ ਲਏ ਸੀ ਅਤੇ ਐਨਰਜੀ ਨਹੀਂ ਦਿੰਦੇ। ਇਹ ਆਪਣੀ ਬੋਡੀ ਦੀ ਮੇਨਟੇਨੈਂਸ ਐਂਡ ਡਿਜ਼ੀਜ਼ ਤੋਂ ਬਚਾਉਂਦੇ ਹਨ, ਡਿਜ਼ੀਜ਼ ਤੋਂ। ਠੀਕ ਹੈ। ਤਾਂ ਇਹ ਬੋਡੀ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਇਸ ਲਈ ਮੰਨੇ ਜਾਂਦੇ ਹਨ।
ਵਿਟਾਮਿਨਸ ਦੇ ਇੰਪੋਰਟੈਂਸ ਕੀ ਆ? ਇੱਕ ਤਾਂ ਇਮਿਊਨੀ ਸਿਸਟਮ ਨੂੰ ਸਟਰੋਂਗ ਰੱਖਦੇ ਹਨ, ਡਿਜ਼ੀਜ਼ ਤੋਂ ਬਚਾਉਂਦੇ ਹਨ। ਮੇਨਲੀ ਇਹਨਾਂ ਦਾ ਕੰਮ ਇਹ। ਇੱਕ ਕੁਐਸਚਨ ਹੋਰ ਬਣ ਜਾਂਦਾ ਇੱਥੇ ਕਿ ਜਿਹੜੇ ਟੋਟਲ ਵਿਟਾਮਿਨ ਕਿੰਨੇ ਹਨ? ਤਾਂ ਤੁਹਾਨੂੰ ਦੱਸ ਦਈਏ ਇੱਥੇ ਟੋਟਲ ਵਿਟਾਮਿਨ 13 ਹੈ ਜੋ ਬੋਡੀ ਨੂੰ ਜਿਨ੍ਹਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਠੀਕ ਹੈ, ਅਤੇ 4 ਤੋਂ 5 ਤੋਂ 6 ਕੁਐਸਚਨ ਇੱਥੇ ਬਣ ਜਾਂਦੇ ਆ ਮੋਸਟ ਇੰਪੋਰਟੈਂਟ, ਨੋਟ ਕਰ ਲੈਣਾ। ਤਾਂ ਵਿਟਾਮਿਨਸ ਕੀ ਆ? ਵਿਟਾਮਿਨਸ ਆਰ ਓਬਟੇਨ ਫਰੋਮ ਦਾ ਫੂਡ except from the vitamin D, vitamin K, which of the body can produce। ਬਾਕੀ ਸਾਰੇ ਜਿਹੜੇ ਵਿਟਾਮਿਨਸ ਆ ਉਹ ਅਸੀਂ ਫੂਡ ਤੋਂ ਲੈਂਦੇ ਹਾਂ, ਕਿਸੇ ਨਾ ਕਿਸੇ ਖਾਦ ਪਦਾਰਥਾਂ ਤੋਂ ਲੈਂਦੇ ਹਾਂ, ਬੋਡੀ ਅੰਦਰ ਇਨਟੇਕ ਕਰਦੇ ਹਾਂ। ਬਟ ਜੋ ਵਿਟਾਮਿਨ ਡੀ ਹੈ ਔਰ ਵਿਟਾਮਿਨ ਕੇ ਹੈ ਇਹ ਬੋਡੀ ਆਪਣੇ ਆਪ ਅੰਦਰੋਂ ਬਣਾਉਂਦੀ ਹੈ, ਇਹ ਧਿਆਨ ਰੱਖਣਾ ਤੁਸੀਂ। ਤੁਹਾਨੂੰ ਦੱਸਿਆ ਸੀ ਕਿ ਜਿਹੜੇ ਟੋਟਲ ਕਿੰਨੇ ਆ? 13 ਵਿਟਾਮਿਨਸ ਹੈ ਨੀਡਡ ਬਾਈ ਦਾ ਬੋਡੀ, ਜਿਹੜੀ ਬੋਡੀ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ। ਕਿਹੜੇ ਕਿਹੜੇ ਹੈਗੇ ਆ ਉਹ ਦੇਖ ਲੈਂਦੇ ਹਾਂ। ਇੰਪੋਰਟੈਂਟ ਵਿਟਾਮਿਨ ਹੈ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਈ, ਵਿਟਾਮਿਨ ਕੇ, B1, B2, B3, B12। ਠੀਕ ਹੈ, ਅਤੇ ਅਗਰ ਬੀ ਦੀ ਗੱਲ ਕੀਤੀ ਜਾਵੇ, ਬੀ ਦੇ ਵਿੱਚ ਜਿਹੜੇ ਹੈ ਵਿਟਾਮਿਨਸ ਉਹ 8 ਵਿਟਾਮਿਨਸ ਆ ਜਾਂਦੇ ਹਨ। ਬੀ ਕਾफ़ी ਕੈਟਾਗਰੀਆਂ ਉਹ ਵੀ ਅੱਗੇ ਡਿਸਕਸ ਅਸੀਂ ਕਰਾਂਗੇ। ਜਿਹੜੇ ਵਿਟਾਮਿਨਸ ਹੈਗੇ ਆ ਇਹ ਬਹੁਤ ਜ਼ਰੂਰੀ ਹੈ ਕਿਹਦੇ ਲਈ? ਮੈਟਾਬੋਲਿਜ਼ਮ ਲਈ, ਫੈਟ ਅਤੇ ਕਾਰਬੋਹਾਈਡਰੇਟਸ ਲਈ। ਠੀਕ ਹੈ, ਇਹ ਬਹੁਤ ਜ਼ਰੂਰੀ ਹੋ ਜਾਂਦੇ ਹਨ ਉਹਨਾਂ ਦਾ ਸਿੰਥੇਸਾਈਜ਼ ਕਰਨ ਲਈ। ਦੇਅਰ 2 ਟਾਈਪਸ, ਵਿਟਾਮਿਨ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਤਾਂ ਫੈਟ ਸੋਲੇਬਲ ਹੁੰਦੇ ਹਨ, ਮੀਨਸ ਜਿਹੜੀ ਚਰਬੀ ਵਿੱਚ ਘੁਲ ਜਾਂਦੇ ਹਨ ਉਹਨਾਂ ਨੂੰ ਫੈਟ ਸੋਲੇਬਲ ਕਹਿੰਦੇ ਹਨ। ਵਿਟਾਮਿਨਸ ਉਹਨਾਂ ਵਿੱਚ ਕਿਹੜੇ ਕਿਹੜੇ? ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਕੇ ਔਰ ਵਿਟਾਮਿਨ ਡੀ। ਇਹ ਕੀ ਹੈ? 4 ਜਿਹੜੇ ਵਿਟਾਮਿਨਸ ਹੈਗੇ ਆ ਇਹ ਫੈਟ ਸੋਲੇਬਲ ਵਿਟਾਮਿਨ ਵਿੱਚ ਹੈ ਔਰ ਸਟੋਰ ਇਨ ਲੀਵਰ ਐਂਡ ਬੋਡੀ। ਵੈਸੇ ਤਾਂ ਤੁਹਾਨੂੰ ਦੱਸਦਾ ਕਿ ਜਿਹੜੇ ਵਿਟਾਮਿਨਸ ਉਹ ਬੋਡੀ ਵਿੱਚ ਸਟੋਰ ਨਹੀਂ ਹੁੰਦੇ, ਕੁਐਸਚਨ ਆ ਜਾਂਦਾ। ਬਟ ਜਿਹੜੇ ਵਿਟਾਮਿਨਸ ਫੈਟ ਵਿੱਚ ਸੋਲੇਬਲ ਆ ਇਹ ਕੁਛ ਦਿਨ 15 ਤੋਂ 1 ਮੰਥ ਜਿਹੜੇ ਹੈਗੇ ਆ ਉਹ ਬੋਡੀ ਦੇ ਵਿੱਚ ਸਟੋਰ ਹੋ ਸਕਦੇ ਹਨ, ਕਿਉਂਕਿ ਇਹ ਐਡੀਪੋਜ਼ ਟਿਸ਼ੂ ਵਿੱਚ ਸਟੋਰ ਹੋ ਜਾਂਦੇ ਹਨ ਔਰ ਫੈਟ ਤੁਹਾਨੂੰ ਪਤਾ ਬੋਡੀ ਦੇ ਅੰਦਰ ਪਈ ਰਹਿੰਦੀ ਹੈ, ਉਹ ਇਸ ਕਰਕੇ ਉਹਦੇ ਵਿੱਚ ਸਟੋਰ ਹੋ ਜਾਂਦੇ ਆ ਐਡੀਪੋਜ਼ ਟਿਸ਼ੂ ਦੇ ਅੰਦਰ, ਅਤੇ ਇਹਨਾਂ ਨੂੰ ਇਹ ਸਟੋਰ ਹੋ ਜਾਂਦੇ ਆ ਲੀਵਰ ਦੇ ਵਿੱਚ ਖਾਸ ਕਰ ਮੰਨੇ ਜਾਂਦੇ ਹਨ ਔਰ ਬੋਡੀ ਦੇ ਫੈਟ ਵਿੱਚ ਮੰਨੇ ਜਾਂਦੇ ਹਨ। ਬਾਕੀ ਜਿਹੜੇ ਵਿਟਾਮਿਨਸ ਆ ਉਹ ਬੋਡੀ ਵਿੱਚ ਸਟੋਰ ਨਹੀਂ ਹੁੰਦੇ। ਜਿਹੜੇ ਦੂਸਰੇ ਟਾਈਪ ਦੇ ਵਿਟਾਮਿਨਸ ਹਨ ਉਹ ਹੈਗੇ ਵਾਟਰ ਸੋਲੇਬਲ, ਮੀਨਸ ਇਹ ਪਾਣੀ ਵਿੱਚ ਘੁਲ ਜਾਂਦੇ ਹਨ। ਇਸ ਕਰਕੇ ਜਿਹੜੇ ਫਰੂਟ ਜਾਂ ਵੈਜੀਟੇਬਲ ਵਿੱਚ ਵਿਟਾਮਿਨਸ ਬੀ ਅਤੇ ਸੀ ਹੁੰਦੇ ਹਨ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਕੱਟ ਕੇ ਪਾਣੀ ਵਿੱਚ ਨਹੀਂ ਰੱਖਣਾ ਚਾਹੀਦਾ, ਤਾਂ ਨਹੀਂ ਤਾਂ ਉਹਨਾਂ ਦੇ ਵਿਟਾਮਿਨਸ ਪਾਣੀ ਵਿੱਚ ਘੁਲ ਜਾਂਦੇ ਹਨ, ਉਹਨਾਂ ਦਾ ਅਸਰ ਨਿਕਲ ਜਾਂਦਾ ਹੈ। ਇਸ ਲਈ ਮੰਨਿਆ ਜਾਂਦਾ ਹੈ ਇਹ ਵਿਟਾਮਿਨ ਬੀ ਐਂਡ ਸੀ ਜੋ ਹੈ ਵਾਟਰ ਸੋਲੇਬਲ ਹੈ, ਮੀਨਸ ਪਾਣੀ ਵਿੱਚ ਘੁਲਣਸ਼ੀਲ ਹਨ। ਇਹਨਾਂ ਵਿੱਚ ਵਿਟਾਮਿਨ B1, B2, B3 ਐਂਡ B12 ਜਿਹੜੇ ਹੈਗੇ ਆ ਵਾਟਰ ਸੋਲੇਬਲ ਵਿਟਾਮਿਨ ਮੰਨੇ ਜਾਂਦੇ ਹਨ। ਇੱਥੇ ਜੋ ਫੈਟ ਸੋਲੇਬਲ ਵਿਟਾਮਿਨਸ ਹਨ, ਅਗਰ ਇਹਨਾਂ ਦੀ ਯਾਦ ਕਰਨ ਦੀ ਟ੍ਰਿਕ ਹੈ, ਭੁੱਲ ਜਾਂਦੇ ਹੋ ਤੁਸੀਂ, ADEK, ਇਸ ਨੂੰ ਤੁਸੀਂ ਲਿਖ ਸਕਦੇ ਹੋ KEDA, ਕੀੜਾ। ਠੀਕ ਹੈ, ਕੀੜਾ ਯਾਦ ਰੱਖ ਸਕਦੇ ਹੋ ਅਤੇ ਯਾਦ ਰਹਿਣਗੇ ਫੈਟ ਸੋਲੇਬਲ। ਫੈਟ ਕਿਵੇਂ ਰਹੂਗੀ ਯਾਦ? ਕਿਉਂਕਿ ਜੋ ਤੁਹਾਨੂੰ ਪਤਾ ਫੈਟੀ ਪਰਸਨ ਹੁੰਦਾ ਉਹ ਬਹੁਤ ਜ਼ਿਆਦਾ ਮੋਟਾ ਹੁੰਦਾ, ਚੱਲ ਫਿਰ ਨਹੀਂ ਸਕਦਾ, ਉਹ ਬੈਠਿਆ ਜਾਂ ਰੇਂਗਦਾ ਰਹਿੰਦਾ ਕੀੜੇ ਵਾਂਗੂ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਫੈਟ ਸੋਲੇਬਲ ਵਿਟਾਮਿਨਸ ਹਨ ਉਹ ਕੀੜਾ ਹੈ, KEDA। ਅਤੇ ਇਸ ਤਰੀਕੇ ਨਾਲ ਤੁਸੀਂ ਟ੍ਰਿਕ ਨਾਲ ਯਾਦ ਰੱਖ ਸਕਦੇ ਹੋ। ਅਤੇ ਜਿਹੜੀ ਵਾਟਰ ਸੋਲੇਬਲ ਹੈ ਉਹ ਤੁਹਾਨੂੰ ਪਤਾ ਹੈ B ਅਤੇ C ਹੈਗੇ, ਇਹਨਾਂ ਨੂੰ ਨੋਰਮਲੀ ਯਾਦ ਕਰ ਸਕਦੇ ਹੋ ਤੁਸੀਂ। ਫੈਟ ਸੋਲੇਬਲ ਵਿਟਾਮਿਨ ਸ਼ੁੱਡ ਨਾਟ ਬੀ exceed by the value cause the toxin accumulations। ਜਿਹੜੇ ਫੈਟ ਸੋਲੇਬਲ ਵਿਟਾਮਿਨਸ ਆ ਉਹ ਕੀ ਆ? ਬਹੁਤ ਜ਼ਿਆਦਾ ਨਹੀਂ ਕੰਜ਼ਿਊਮ ਕਰਨੇ ਚਾਹੀਦੇ, ਨਹੀਂ ਤਾਂ ਉਹਨਾਂ ਨਾਲ ਟੌਕਸਿਨ ਅਕਮੂਲੇਸ਼ਨ ਹੋ ਜਾਂਦੀ ਹੈ। ਕੋਈ ਵੀ ਚੀਜ਼ ਹੈ ਉਹ ਹੱਦ ਤੋਂ ਵੱਧ ਖਾਣੀ ਜਾਂ ਉਹਨੂੰ ਇਨਟੇਕ ਕਰਨਾ ਨੁਕਸਾਨਦਾਇਕ ਹੁੰਦਾ। ਇਸ ਲਈ ਜਿਹੜੇ ਕਿ ਕੋਈ ਵੀ ਵਿਟਾਮਿਨਸ ਹੈ ਫੈਟ ਸੋਲੇਬਲ ਆ ਉਹਨਾਂ ਨੂੰ ਲਿਮਿਟਡ ਰੇਂਜ ਵਿੱਚ ਹੀ ਖਾਣਾ ਚਾਹੀਦਾ, ਯੂਜ਼ ਕਰਨਾ ਚਾਹੀਦਾ ਹੈ। ਨੈਕਸਟ ਹੈ ਵਿਟਾਮਿਨਸ ਓਨਲੀ ਵਿਟਾਮਿਨ B, C, E ਹੈਵ ਦਾ ਬੈਨੀਫਿਸ਼ੀਅਲ ਰੋਲ ਇਨ ਦਾ ਸਪੋਰਟਸ ਪਰਫੋਰਮੈਂਸ। ਮੇਨਲੀ ਦੇਖਿਆ ਜਾਂਦਾ ਹੈ ਕਿ ਜਿਹੜੇ ਇਹ 3 ਤਰ੍ਹਾਂ ਦੇ ਵਿਟਾਮਿਨਸ ਆ ਇਹ ਸਪੋਰਟਸ ਵਿੱਚ ਜ਼ਿਆਦਾਤਰ ਬੈਨੀਫਿਸ਼ੀਅਲ ਹੁੰਦੇ ਹਨ। ਠੀਕ ਹੈ, ਵਿਟਾਮਿਨ B, C, E ਇਸ ਤਰ੍ਹਾਂ ਦੀ ਕੁਐਸਚਨ ਬਣ ਜਾਂਦਾ ਹੈ। ਅੱਗੇ ਗੱਲ ਕਰਦੇ ਵਿਟਾਮਿਨ A, ਬੀਟਾ ਕੈਰੋਟਿਨ। ਵਿਟਾਮਿਨ A ਜੋ ਹੈ C, E ਆਰ ਦਾ ਹਾਈਲੀ ਐਂਟੀਆਕਸੀਡੈਂਟ ਜੋ ਹੈ ਇਹਦਾ ਕੰਮ ਕਰਦੇ ਹਨ। ਵਿਟਾਮਿਨ A ਜਿਹੜਾ ਹੈਗਾ ਉਹ
ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਤੁਹਾਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ। ਇਸ ਕਰਕੇ ਇਸ ਨੂੰ ਮੇਨ ਜੋ ਵਿਟਾਮਿਨ ਵਿੱਚ ਮੰਨਿਆ ਜਾਂਦਾ, ਔਰ ਇਹਦੀ ਜੋ ਡੈਫੀਸ਼ੀਐਂਸੀ ਕਰਕੇ ਕੀ ਹੈ, ਬਲਾਈਂਡਨੈਸ ਹੋ ਜਾਂਦਾ ਹੈ। ਬਲਾਈਂਡਨੈਸ ਔਰ ਅੱਖਾਂ ਲਈ ਇਹ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈ। ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਲਈ, ਅੱਖਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੈ ਵਿਟਾਮਿਨ ਏ। ਫੈਟ ਸੋਲੇਬਲ ਜੋ ਵਿਟਾਮਿਨਸ ਹਨ ਉਹਨਾਂ ਵਿੱਚ ਜੋ ਹੈ ਵਿਟਾਮਿਨ ਏ ਪਹਿਲਾਂ ਅਸੀਂ ਪੜ੍ਹਦੇ ਹਾਂ। ਵਿਟਾਮਿਨ ਐਕਟਿਵ ਫਾਰਮ ਜਿਹੜੀ ਹੈ ਰੈਟੀਨੋਲ ਹੈ। ਇਹਦਾ ਜਿਹੜਾ ਸਾਇੰਟੀਫਿਕ ਨੇਮ ਵੀ ਆ ਜਾਂਦਾ, ਕੁਐਸਚਨ ਬਣ ਜਾਂਦਾ, ਸਾਇੰਟੀਫਿਕ ਜੋ ਨੇਮ ਹੈ ਰੈਟੀਨੋਲ, ਇਹਨੂੰ ਕਿਹਾ ਜਾਂਦਾ ਪ੍ਰੋਸੀਜਰ ਫਰੋਮ ਦਾ ਕੈਰੋਟੀਨਸ। ਇਟ ਇਜ਼ ਆਲਸੋ ਨੋਨ ਐਜ਼ ਦਾ ਐਂਟੀਪ੍ਰੋਥੈਲੈਮਿਕ ਵਿਟਾਮਿਨ ਜੀ ਕਿਹਾ ਜਾਂਦਾ ਹੈ। ਵਿਟਾਮਿਨ ਏ ਕੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਬੋਡੀ ਦੇ ਲਈ, ਅਤੇ ਇਸ ਲਈ ਇਹਦਾ ਜਿਹੜਾ ਸਾਇੰਟੀਫਿਕ ਨੇਮ ਰੈਟੀਨੋਲ ਹੈ, ਔਰ ਇਸ ਨੂੰ ਅਦਰ ਨੇਮ ਨਾਲ ਜਾਣਿਆ ਜਾਂਦਾ ਹੈ, ਉਹ ਵੀ ਯਾਦ ਰੱਖਣਾ। ਇਹਦੀ ਕਮੀ ਨਾਲ ਕੀ ਹੋ ਜਾਂਦਾ, ਵਿਟਾਮਿਨ ਦੀ ਕਮੀ ਨਾਲ ਇਹ ਦੇਖਿਆ ਜਾਂਦਾ, ਮੈਂ ਤੁਹਾਨੂੰ ਦੱਸਿਆ ਸੀਗਾ, ਨਾਈਟ ਬਲਾਈਂਡਨੈਸ ਮੀਨਸ ਜੋ ਅੰਦਰ ਆਤਾ ਹੋ ਜਾਂਦਾ ਜਾਂ ਦਿਖਣਾ ਬੰਦ ਹੋ ਜਾਂਦਾ। ਇਰੈਗੂਲਰ ਗਰੋਥ ਆਫ ਦਾ ਟੀਥ, ਜੋ ਟੀਥ ਦੀ ਗਰੋਥ ਜਾਂ ਬੋਨ ਦੀ ਗਰੋਥ ਪ੍ਰੋਪਰ ਨਾ ਹੋ ਪਾਉਣਾ, ਇਹਦੀ ਕਮੀ ਨਾਲ ਸਕਿਨ ਐਂਡ ਹੇਅਰ ਪ੍ਰੋਬਲਮ ਵੀ ਆ ਜਾਂਦੀ ਹੈ, ਔਰ ਰੀਪਰੋਡਕਸ਼ਨ ਪ੍ਰੋਬਲਮਸ ਜਿਹੜੀ ਕਿ ਬਾਂਝਪਨ ਦੀ ਪ੍ਰੋਬਲਮ ਆ ਜਾਂਦੀ ਹੈ, ਉਹ ਵੀ ਇਸ ਦੀ ਕਮੀ ਕਰਕੇ ਆ ਜਾਂਦੀ ਹੈ। ਇਸ ਲਈ ਵਿਟਾਮਿਨ ਏ ਬਹੁਤ ਜ਼ਰੂਰੀ ਹੈ ਸਾਰਿਆਂ ਲਈ। ਇਹਦੇ ਫੰਕਸ਼ਨ ਦੇਖ ਲੈਂਦੇ, ਵਿਟਾਮਿਨ ਏ ਦੇ ਫੰਕਸ਼ਨ ਕੀ ਹੈ। ਨੀਡਡ ਫॉर द नॉर्मल ग्रोथ एंड कीपिंग द आइज़ एंड स्किन हेल्दी। मेनली जो है ਇਹਦੀ ਆਈਜ਼ ਬਾਰੇ ਹੀ ਆਉਂਦਾ ਹੈ। ਇਹਦੀ ਆਈਜ਼ ਦੀ ਜੀ ਹੈਲਦੀ ਆਈਜ਼ ਲਈ ਕੀ ਹੈ, ਇਹ ਸਾਨੂੰ ਵਿਟਾਮਿਨ ਏ ਜ਼ਰੂਰੀ ਹੈ। ਐਨੀਮਲ ਸੋਰਸ ਹੈ, ਇਹ ਕਿੰਨਾ ਤੋਂ ਮਿਲਦਾ, ਇਹ ਤੋਂ ਵੀ ਕੁਐਸਚਨ ਬਣ ਜਾਂਦਾ ਹੈ ਕਿ ਜੇ ਇਹਨਾਂ ਦੇ ਜਿਹੜੇ ਮੇਨ ਸੋਰਸ ਕੀ ਆ, ਐਨੀਮਲ ਸੋਰਸ ਕੀ ਹੈ, ਜਿਹੜੇ ਇਹ ਫਿਸ਼ ਵਿੱਚ ਬਹੁਤ ਵਧੀਆ ਮਿਲਦਾ ਹੈ। ਜਿਹੜੇ ਫਿਸ਼ ਯੂਜ਼ ਕਰਦੇ ਆ ਉਹਨਾਂ ਵਿੱਚ ਵਿਟਾਮਿਨ ਏ ਦੀ ਕਮੀ ਨਹੀਂ ਰਹਿੰਦੀ। ਐਗ ਦੀ ਯੋਕ ਵਿੱਚ ਵਿਟਾਮਿਨ ਏ ਹੁੰਦਾ ਹੈ, ਮਿਲਕ ਔਰ ਫੈਟ ਵਿੱਚ ਇਹ ਮਿਲ ਜਾਂਦਾ ਹੈ ਈਜ਼ੀਲੀ। ਅਤੇ ਜਿਹੜੇ ਕਿਹੜੇ ਜੋ ਐਨੀਮਲ ਜੋ ਮੀਟ ਅੰਡਾ ਨਹੀਂ ਯੂਜ਼ ਕਰਦੇ, ਉਹਨਾਂ ਲਈ ਪਲਾਂਟ ਸੋਰਸ ਵੀ ਹੈਗੇ ਆ। ਔਲ ਗ੍ਰੀਨ ਜੋ ਲੀਵਸ ਵੈਜੀਟੇਬਲਸ ਹੈਗੀਆਂ, ਉਹਨਾਂ ਸਾਰਿਆਂ ਵਿੱਚ ਵਿਟਾਮਿਨ ਏ ਪਾਇਆ ਜਾਂਦਾ, ਜਿਵੇਂ ਪਾਲਕ ਹੋ ਗਈ, ਇਸ ਤਰ੍ਹਾਂ ਦੀ ਜਿਹੜੀ ਵੈਜੀਟੇਬਲਸ ਆ ਉਹਨਾਂ ਵਿੱਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ। ਇਸ ਲਈ ਸਾਨੂੰ ਇਹ ਪ੍ਰੋਪਰ ਮਾਤਰਾ ਵਿੱਚ ਖਾਣੀ ਚਾਹੀਦੀ ਤਾਂ ਕਿ ਵਿਟਾਮਿਨ ਏ ਦੀ ਕਮੀ ਨਾ ਰਹੇ। ਅੱਗੇ ਚੱਲਦੇ ਹਾਂ ਵਿਟਾਮਿਨ ਡੀ। ਵਿਟਾਮਿਨ ਡੀ ਜੋ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬੋਡੀ ਦੇ ਲਈ ਵੀ ਹੈ, ਅਤੇ ਹੋਰ ਕਿਸੇ ਵੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਿਟਾਮਿਨ ਡੀ। ਜਿਹੜਾ ਵਿਟਾਮਿਨ ਡੀ ਹੈ ਇਹ ਇੱਕ ਹਾਰਮੋਨਸ ਵੀ ਹੈ। ਇਹ ਕੁਐਸਚਨ ਬਣ ਜਾਂਦਾ ਹੈ ਕਿ ਕਿਹੜਾ ਵਿਟਾਮਿਨ ਜਿਹੜਾ ਹੈ ਉਹ ਹਾਰਮੋਨ ਹੈ। ਠੀਕ ਹੈ, ਹਾਰਮੋਨ ਕਿਹੜਾ ਵਿਟਾਮਿਨ ਹੈ, ਹਾਰਮੋਨ, ਅਤੇ ਉਹ ਕੀ ਹੈ ਵਿਟਾਮਿਨ ਡੀ, ਜੋ ਇੱਕ ਅਜਿਹਾ ਵਿਟਾਮਿਨ ਹੈ ਜਿਸ ਨੂੰ ਹਾਰਮੋਨ ਵੀ ਕਿਹਾ ਜਾਂਦਾ ਹੈ। ਇਸ ਲਈ ਇਹ ਕੁਐਸਚਨ ਬਣ ਜਾਂਦਾ ਹੈ। ਦੂਸਰਾ ਆਲਸੋ ਕਾਲਡ ਦਾ ਐਂਟੀ ਰੈਚੀਟਿਕ, ਜੋ ਇਹਨੂੰ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਜਿਹੜੇ ਰਿਕੇਟਸ ਨੂੰ ਰੋਕਣ ਦੀ ਸ਼ਕਤੀ ਹੁੰਦੀ ਹੈ, ਇਸ ਲਈ ਇਹਨੂੰ ਕੀ ਕਿਹਾ ਜਾਂਦਾ ਹੈ, ਐਂਟੀ ਰੈਚੀਟਿਕ ਵੀ ਕਿਹਾ ਜਾਂਦਾ ਹੈ। ਇਹ ਯਾਦ ਰੱਖਣਾ ਹੈ, ਐਂਟੀ ਰੈਚੀਟਿਕ ਵੀ ਕਿਹਾ ਜਾਂਦਾ ਹੈ, ਕਿਉਂਕਿ ਰਿਕੇਟਸ ਜਿਹੜਾ ਹੈਗਾ ਉਹ ਆਪਣੀ ਹੱਡੀਆਂ ਦੇ ਰਿਲੇਟਡ ਇੱਕ ਬਿਮਾਰੀ ਹੈ, ਉਸ ਨੂੰ ਇਹ ਰੋਕਦਾ ਹੈ। ਇਸ ਲਈ ਇਸ ਨੂੰ ਕੀ ਕਿਹਾ ਜਾਂਦਾ, ਐਂਟੀ ਰੈਚੀਟਿਕ ਕਿਹਾ ਜਾਂਦਾ ਹੈ। ਇਹ ਯਾਦ ਰੱਖਣਾ। ਇਹ ਕੈਲਸੀਫੇਰੋਲ ਐਂਡ ਐਰਗੋਸਟਰੋਲ, ਜਿਹੜਾ ਐਰਗੋਸਟਰੋਲ ਹੈ ਉਹ ਕਨਵਰਟ ਕਿਹਦੇ ਵਿੱਚ ਹੋ ਜਾਂਦਾ, ਤੁਹਾਨੂੰ ਮੈਂ ਦੱਸਿਆ ਸੀ ਦੋਸਤੋ, ਜਿਹੜਾ ਵਿਟਾਮਿਨ ਡੀ ਹੈ ਉਹ ਬੋਡੀ ਖੁਦ ਪ੍ਰੋਡਿਊਸ ਕਰਦੀ ਹੈ, ਕਿਹਦੀ ਹੈਲਪ ਨਾਲ, ਸਨਲਾਈਟ ਦੀ ਨਾਲ। ਜਿਹੜੀ ਸਨਲਾਈਟ ਹੈ, ਧੁੱਪ ਆ, ਉਹਦੀ ਮਦਦ ਨਾਲ ਕੀ ਹੈ ਬੋਡੀ ਖੁਦ ਤਿਆਰ ਕਰਦੀ ਹੈ ਇਸ ਨੂੰ। ਅਤੇ ਇਸ ਲਈ ਕੀ ਹੈ, ਜਿਹੜਾ ਯੂਵੀ ਰੇਜ਼ ਆ, ਯੂਵੀ ਲਾਈਟਸ ਜਿਹੜੀਆਂ ਹੁੰਦੀਆਂ ਹਨ, ਉਹਦੇ ਜੋ ਐਰਗੋਸਟਰੋਲ ਹੈ ਉਹ ਕੀ ਕਨਵਰਟ ਹੁੰਦਾ, ਐਰਗੋ ਕੈਲਸੀਫੇਰੋਲ ਵਿੱਚ ਹੁੰਦਾ, ਜਿਹਨੂੰ ਵਿਟਾਮਿਨ D2 ਕਿਹਾ ਜਾਂਦਾ ਹੈ, ਯਾਦ ਰੱਖਣਾ। ਅਤੇ ਜੇ ਤੁਸੀਂ ਦੇਖਿਆ ਹੋਊਗਾ, ਜੇ ਛੋਟੇ ਬੱਚਿਆਂ ਨੂੰ ਉਹਨਾਂ ਦੀ ਬੋਡੀ ਦੀ ਹੱਡੀ ਮਜ਼ਬੂਤ ਕਰਨ ਲਈ ਉਹਨਾਂ ਨੂੰ ਮਾਲਿਸ਼ ਕਰਕੇ ਧੁੱਪ, ਅਰਲੀ ਮਾਰਨਿੰਗ ਜਿਹੜੀ ਧੁੱਪ ਹੁੰਦੀ ਆ, ਉਦੋਂ ਉਹਨਾਂ ਨੂੰ ਧੁੱਪੇ ਰੱਖਿਆ ਜਾਂਦਾ, ਬਿਠਾਇਆ ਜਾਂਦਾ, ਤਾਂ ਕਿ ਉਹਨਾਂ ਦੀ ਬੋਡੀ ਸਟਰੋਂਗ ਹੋ ਜਾਵੇ ਔਰ ਵਿਟਾਮਿਨ ਡੀ ਉਹਨਾਂ ਨੂੰ ਆਰਾਮ ਨਾਲ ਮਿਲ ਸਕੇ। ਔਰ ਕਿਸੇ ਵੀ ਪਰਸਨ ਲਈ ਜੋ ਵਿਟਾਮਿਨ ਡੀ ਹੈ ਉਹ ਅਰਲੀ ਮਾਰਨਿੰਗ ਦੀ ਜਿਹੜੀ ਧੁੱਪ ਹੁੰਦੀ, ਘੰਟੇ 2 ਘੰਟੇ ਦੀ, ਉਦੋਂ ਤੁਸੀਂ ਲੈ ਸਕਦੇ ਹੋ, ਔਰ ਜਿਹਦੇ ਨਾਲ ਕੀ ਹੈ ਤੁਹਾਡੇ ਵਿਟਾਮਿਨ ਡੀ ਦੀ ਕਮੀ ਨਹੀਂ ਰਹੇਗੀ। ਦੂਸਰਾ ਹੈ 7 ਡੀਹਾਈਡਰੋ ਕੋਲੈਸਟਰੋਲ, ਜੋ ਹੈ ਉਹਦੀ 'ਤੇ ਜਦੋਂ ਯੂਵੀ ਲਾਈਟਸ ਜਿਹੜੀਆਂ ਉਹ ਕਨਵਰਟ ਕਿਹਦੇ 'ਚ ਕਰ ਜਾਂਦੀਆਂ, ਕੋਲੀਕੈਲਸੀਫੇਰੋਲ ਵਿੱਚ, ਜਿਹਨੂੰ ਵਿਟਾਮਿਨ ਡੀ ਕਿਹਾ ਜਾਂਦਾ ਹੈ। ਇਹ ਯਾਦ ਰੱਖਣਾ, ਇਸ ਤਰ੍ਹਾਂ ਦੇ ਕੁਐਸਚਨ ਬਣ ਜਾਂਦੇ ਹਨ। ਠੀਕ ਹੈ, ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਸੀਗਾ, ਆਲਸੋ ਕਾਲਡ ਸਟੀਰੋਇਡ ਹਾਰਮੋਨ, ਜਿਹਨੂੰ ਸਟੀਰੋਇਡ ਹਾਰਮੋਨਸ ਕਿਹਾ ਜਾਂਦਾ ਵਿਟਾਮਿਨ ਡੀ ਨੂੰ। ਯਾਦ ਰੱਖਣਾ, ਕੁਐਸਚਨ ਬਣ ਸਕਦਾ ਹੈ ਕਿ ਕਿਹੜਾ ਹਾਰਮੋਨਸ ਆ ਵੀ ਉਸਨੂੰ ਜਿਹੜਾ ਕਿਹੜਾ ਵਿਟਾਮਿਨ ਹੈ ਜਿਹਨੂੰ ਹਾਰਮੋਨਸ ਕਿਹਾ ਜਾਂਦੇ ਨੇ, ਸਟੀਰੋਇਡ ਹਾਰਮੋਨਸ ਕਿਹਾ ਜਾਂਦਾ, ਇਹ ਯਾਦ ਰੱਖਣਾ। ਇਹਦੀ ਡੈਫੀਸ਼ੀਐਂਸੀ ਦੀ ਕਮੀ ਨਾਲ ਕੀ ਹੋ ਜਾਂਦਾ, ਇਹ ਵੀ ਦੇਖ ਲੈਂਦੇ ਹਾਂ। ਵਿਟਾਮਿਨ ਡੀ ਦੀ ਕਮੀ ਨਾਲ ਰਿਕੇਟਸ ਹੋ ਜਾਂਦਾ ਹੈ, ਜਿਹੜਾ ਬੱਚਿਆਂ ਵਿੱਚ ਪਾਇਆ ਜਾਂਦਾ ਹੈ। ਰਿਕੇਟਸ ਕੀ ਹੈ, ਜਿਹਦੇ ਵਿੱਚ ਆਪਣੀਆਂ ਹੱਡੀਆਂ ਵਿੰਗੀਆਂ ਟੇਢੀਆਂ ਹੋ ਜਾਂਦੀਆਂ, ਪ੍ਰੋਪਰ ਉਹਨਾਂ ਦੀ ਸਟਰੈਂਥ ਨਹੀਂ ਵੱਧਦੀ, ਇਸ ਲਈ
ਉਹ ਜਿੱਧਰ ਵੀ ਵਜਨ ਪੈਂਦਾ ਉਹ ਉੱਧਰ ਮੁੜ ਜਾਂਦੀਆਂ ਹਨ ਤੇ ਬੋਡੀ ਸਟਰਕਚਰ ਖਰਾਬ ਹੋ ਜਾਂਦਾ ਹੈ ਤੇ ਉਹਨੂੰ ਕੀ ਹੈ ਰਿਕੇਟਸ ਕਹਿੰਦੇ ਆ। ਔਰ ਓਸਟੋਮਲਸੀਆ ਜਿਹੜਾ ਐਡਲਟ ਵਿੱਚ ਹੁੰਦਾ ਇਹ ਵੀ ਇਹਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ। ਮਲਸੀਆ ਕਿਹਾ ਜਾਂਦਾ। ਇੱਕ ਓਸਟੋਪੋਰੋਸਿਸ ਹੁੰਦਾ। ਓਸਟੋਪੋਰੋਸਿਸ ਇਹ ਵੀ ਹੱਡੀਆਂ ਨਾਲ ਰਿਲੇਟਡ ਬਿਮਾਰੀ ਹੈ, ਜ਼ਿਆਦਾਤਰ ਫੀਮੇਲ ਵਿੱਚ ਹੁੰਦੀ ਹੈ ਔਰ ਵਿਟਾਮਿਨ ਡੀ ਦੀ ਕਮੀ ਨਾਲ ਹੁੰਦੀ ਹੈ। ਇਹਦੇ ਵਿੱਚ ਵੀ ਹੱਡੀਆਂ ਜਿਹੜੀਆਂ ਭੁਰਨ ਲੱਗ ਜਾਂਦੀਆਂ, ਟੁੱਟਣ ਲੱਗ ਜਾਂਦੀਆਂ। ਓਸਟੋਪੋਰੋਸਿਸ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਉਹਦੇ ਵਿੱਚ ਇੱਕ ਵਿੱਚ ਤਾਂ ਕੈਲਸ਼ੀਅਮ ਬਣਦਾ ਹੀ ਨਹੀਂ ਬੋਡੀ ਦੇ ਅੰਦਰ, ਠੀਕ ਹੈ, ਔਰ ਵਿਟਾਮਿਨ ਡੀ ਦੀ ਕਮੀ ਨਾਲ, ਔਰ ਦੂਸਰੇ ਵਿੱਚ ਬੋਡੀ ਅਬਜ਼ਰਵ ਨਹੀਂ ਕਰਦੀ। ਇਸ ਤਰ੍ਹਾਂ ਦੀ ਕੰਡੀਸ਼ਨ ਹੈ। ਪਰ ਮੇਨ ਤੁਸੀਂ ਕੀ ਦੇਖਣਾ ਹੈ ਕਿ ਇਹਦੀ ਕਮੀ ਨਾਲ ਰਿਕੇਟਸ ਹੋ ਜਾਂਦਾ ਬੱਚਿਆਂ ਵਿੱਚ, ਔਰ ਅਡਲਟ ਵਿੱਚ ਕੀ ਜਾਂਦਾ ਓਸਟੋਮਲਸੀਆ ਹੋ ਜਾਂਦਾ। डिजीज़ अफेक्ट द चिल्ड्रन इन विच द बोन आर सॉफ्ट आउट ऑफ द शेप, ठीक है। जो रिकेटिस है वो आल्सो नोन एज द सनशाइन विटामिन, इन्होंने सनशाइन विटामिन भी कहते हैं क्योंकि धुप की ਜਿਹੜੇ ਧੁੱਪ ਵਿੱਚ ਹੀ ਮਿਲਦਾ ਹੈ ਬੋਡੀ ਨੂੰ, ਇਸ ਲਈ ਸਨਸ਼ਾਈਨ ਵਿਟਾਮਿਨ ਕਹਿੰਦਾ। ਇੱਕ ਕੁਐਸਚਨ ਇਹ ਵੀ ਬਣ ਜਾਂਦਾ ਮੋਸਟ ਇੰਪੋਰਟੈਂਟ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਹੋਪ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗ ਰਹੀ ਹੋਗੀ। ਅਗਰ ਵਧੀਆ ਲੱਗ ਰਹੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤਾਂ 'ਚ, ਤਿੰਨ ਦੋਸਤਾਂ 'ਚ ਇਹਨੂੰ ਸ਼ੇਅਰ ਜ਼ਰੂਰ ਕਰਨਾ। ਅਤੇ ਇਹਦੀ ਐਕਸਪਲੇਸ਼ਨ ਨਾਲ ਜਿਹੜੇ ਕੁਐਸਚਨ ਬਣ ਰਿਹਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਅਲੱਗ ਤੋਂ MCQ ਦੀ ਰਿਕੁਆਇਰਮੈਂਟ ਨਹੀਂ ਪੈਣੀ, ਕਿਉਂਕਿ ਇਹੀ ਕੁਐਸਚਨ ਤੁਹਾਨੂੰ ਇਸ ਟੌਪਿਕ ਵਿੱਚੋਂ ਦੇਖਣ ਨੂੰ ਮਿਲਣਗੇ। ਇਹਦੇ ਫੰਕਸ਼ਨ ਕੀ ਹੈ? ਇੰਪੋਰਟੈਂਟ ਫਾਰਮੇਸ਼ਨ ਆਫ ਦ ਸਟਰੋਂਗ ਬੋਨਸ, ਟੀਥ, ਏਡਸ ਆਫ ਦ ਅਬਜ਼ਰਵਸ਼ਨ ਆਫ ਦ ਕੈਲਸ਼ੀਅਮ ਐਂਡ ਫੋਸਫੋਰਸ। ਇਹ ਕੀ ਹੈ? ਇਹਦੇ ਫੰਕਸ਼ਨ ਹੈ ਜਿਹੜੀ ਕੈਲਸ਼ੀਅਮ ਦੀ ਸੋਖਣ ਦੀ ਸ਼ਕਤੀ ਹੈ, ਫੋਸਫੋਰਸ ਦੀ ਉਹ ਵਿਟਾਮਿਨ ਡੀ ਦੇ ਕਰਕੇ ਹੁੰਦੀ, ਜਿਹਦੇ ਨਾਲ ਆਪਣੀ ਕੀ ਹੈ ਬੋਨ ਸਟਰੋਂਗ ਹੁੰਦੀ ਹੈ ਔਰ ਬੋਡੀ ਸਟਰੈਂਥੇਬਲ ਬਣਦੀ ਹੈ। ਇਸ ਲਈ ਵਿਟਾਮਿਨ ਡੀ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੁੰਦਾ। ਇਹਦੇ ਸੋਰਸ ਦੇਖ ਲੈਂਦੇ ਹਾਂ ਕਿੱਥੋਂ ਕਿੱਥੋਂ ਮਿਲਦਾ ਆਪਾਂ ਨੂੰ ਵਿਟਾਮਿਨ ਡੀ। ਮੇਨ ਤਾਂ ਕੋਡ ਲਿਵਰ ਆਇਲ, ਜਦੋਂ ਐਗ ਦੀ ਯੋਕ, ਗ੍ਰੇਨਸ, ਸਨਲਾਈਟਸ ਤੋਂ ਮਿਲ ਜਾਂਦਾ, ਠੀਕ ਹੈ, ਇਹ ਯਾਦ ਰੱਖਣਾ। ਨੈਕਸਟ ਹੈ ਆਪਣਾ ਵਿਟਾਮਿਨ ਈ। ਇਹ ਵੀ ਬਹੁਤ ਇੰਪੋਰਟੈਂਟ ਵਿਟਾਮਿਨ ਹੈ, ਇਹਨੂੰ ਵੀ ਯਾਦ ਰੱਖਣਾ ਵਿਟਾਮਿਨ ਈ। ਅਤੇ ਇਸ ਦਾ ਕੁਐਸਚਨ ਇਹ ਬਣ ਜਾਂਦਾ ਹੈ ਕਿ ਜੋ ਬਿਊਟੀ ਵਿਟਾਮਿਨ ਹੈ ਉਹ ਕਿਸ ਨੂੰ ਕਿਹਾ ਜਾਂਦਾ ਹੈ? ਬਿਊਟੀ ਵਿਟਾਮਿਨ, ਠੀਕ ਹੈ। ਬਿਊਟੀ ਵਿਟਾਮਿਨ ਕਿਸ ਨੂੰ ਕਿਹਾ ਜਾਂਦਾ ਹੈ? ਅਤੇ ਇਸ ਨੂੰ ਵਿਟਾਮਿਨ ਈ ਨੂੰ ਹੀ ਬਿਊਟੀ ਵਿਟਾਮਿਨ ਕਿਹਾ ਜਾਂਦਾ ਹੈ, ਕਿਉਂਕਿ ਇਹ ਜ਼ਿਆਦਾਤਰ ਲੇਡੀਜ਼ ਯੂਜ਼ ਕਰਦੀਆਂ ਹਨ। ਅੱਜ ਕੱਲ੍ਹ ਤਾਂ ਇਸ ਦੇ ਪ੍ਰੋਡਕਟ ਵੀ ਬਣਦੇ ਹਨ, ਜਿੰਨੇ ਵੀ ਸੌਂਦਰਿਆ ਦੇ ਪ੍ਰੋਡਕਟ ਆ ਉਹਨਾਂ 'ਚ ਵਿਟਾਮਿਨ ਈ ਦੀ ਯੂਜ਼ ਹੁੰਦਾ ਹੈ, ਠੀਕ ਹੈ। ਅਤੇ ਇਹ ਲੇਡੀਜ਼ ਲਈ ਹੋਰ ਵੀ ਇਸ ਲਈ ਬੈਨੀਫਿਸ਼ਲ ਹੈ ਕਿ ਜਿਹੜਾ ਰੀਪਰੋਡਕਸ਼ਨ ਹੁੰਦੀ ਹੈ ਉਹ ਵਿਟਾਮਿਨ ਈ ਦੀ ਨਾਲ ਹੀ ਹੁੰਦੀ ਹੈ। ਔਰ ਇਹਦੀ ਕਮੀ ਨਾਲ ਜਿਹੜਾ ਬਾਂਝਪਨ ਜਾਂ ਬੱਚਾ ਨਾ ਹੋਣਾ ਜਾਂ ਬੇਬੀ ਨਾ ਠਹਿਰਨਾ ਇਹਦੇ ਨਾਲ ਹੋ ਜਾਂਦਾ ਹੈ, ਜਿਹੜੀ ਮੇਨਲੀ ਫੀਮੇਲ ਪ੍ਰੋਬਲਮ ਹੋ ਜਾਂਦੀ ਹੈ। ਇਸ ਨੂੰ ਦੇਖ ਲੈਂਦੇ ਹਾਂ। ਆਲਸੋ ਕਾਲਡ ਦਾ ਬਿਊਟੀ ਵਿਟਾਮਿਨ ਔਰ ਟੋਕੋਫੇਰੋਲ ਐਂਡ ਟੋਕੋਟ੍ਰੈਨੋਲ ਵੀ ਕਿਹਾ ਜਾਂਦਾ ਹੈ। ਇਹਦੇ ਜਿਹੜੇ ਅਦਰ ਨੇਮ ਹੈ ਇਹ ਯਾਦ ਰੱਖਣੇ ਆ। ਬਿਊਟੀ ਵਿਟਾਮਿਨ ਇੱਕ ਕੁਐਸਚਨ ਇਹ ਬਣ ਜਾਂਦਾ ਹੈ। ਦੂਸਰਾ ਇਹਦਾ ਸਾਇੰਟੀਫਿਕ ਨਾਮ ਹੈ ਟੋਕੋਫੇਰੋਲ ਐਂਡ ਟੋਕੋਟ੍ਰਾਈਨੋਲ, ਇਹ ਯਾਦ ਰੱਖਣਾ। ਇਟ ਇਜ਼ ਦਾ ਬੋਡੀਗਾਰਡ ਆਫ ਫॉर ਅਦਰ ਸਬਸਟਾਂਸ। ਇਹ ਕੀ ਹੈ? ਦੂਜੇ ਸਬਸਟਾਂਸ ਤੋਂ ਕੀ ਹੈ ਬੋਡੀਗਾਰਡ ਹੈ, ਇੱਕ ਰੱਖਿਆ ਦੀ ਕੰਮ ਕਰਦਾ ਹੈ ਬੋਡੀ ਲਈ। ਇਟ ਇਜ਼ ਦਾ ਸਰਵ ਐਜ਼ ਅ ਐਂਟੀਆਕਸੀਡੈਂਟ, ਇਹ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ, ਬਾਕੀ ਬਿਮਾਰੀਆਂ ਤੋਂ, ਇਨਫੈਕਸ਼ਨ ਤੋਂ ਇਹ ਬੋਡੀ ਨੂੰ ਬਚਾਉਂਦਾ ਹੈ। ਬਾਏ ਦਾ ਬੀਇੰਗ ਡਿਸਟਰੋਇਡ ਦਾ ਇਟਸੈਲਫ ਇਟ ਦਾ ਪ੍ਰੋਟੈਕਟ ਆਫ ਦਾ ਪੋਲੀਸੈਚਰਾਈਡਸ ਫੈਟਸ। ਜਿਹੜੀ ਪੋਲੀਸੈਚਰਾਈਡ ਫੈਟ ਹੈ ਉਹ ਤੋਂ ਇਹ ਬਚਾਉਂਦਾ ਹੈ। ਤੁਹਾਨੂੰ ਪਤਾ ਹੈ ਬੋਡੀ ਦੇ ਲਈ ਜਿਹੜੀ ਫੈਟਸ ਆ ਪੋਲੀਸੈਚਰਾਈਡ ਉਹ ਹਾਨੀਕਾਰਕ ਹੁੰਦੀ ਹੈ ਔਰ ਉਹ ਬੈਡ ਫੈਟ ਵਿੱਚ ਆਉਂਦੀ ਹੈ, ਐਂਡ ਅਦਰ ਫੈਟ ਤੋਂ ਵੀ ਇਹ ਬਚਾਉਂਦਾ ਹੈ, ਕਿਉਂਕਿ ਇਹਦੇ ਅੰਦਰ ਕੈਮੀਕਲ ਜੋ ਸਿੰਥਸਾਈਜ਼ ਹੁੰਦੇ ਆ ਉਹ ਡੀਪਲੀ ਪੜ੍ਹਨ ਤੋਂ ਹੀ ਸਾਨੂੰ ਪਤਾ ਲੱਗੂ, ਪਰ ਤੁਹਾਨੂੰ ਉਹਨਾਂ ਡੀਪ 'ਚ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ PS ਟੈਟ ਵਿੱਚ ਉੱਪਰੋਂ ਕੁਐਸਚਨ ਆਉਂਦੇ ਨੇ। ਉੱਪਰੋਂ ਦਾ ਮਤਲਬ ਜਿਹੜੇ ਇਹਦੇ ਸਾਇੰਟੀਫਿਕ ਨੇਮ ਆ ਜਾਣਗੇ, ਇਹਨਾਂ ਦੇ ਕਿਹੜੇ ਸੋਰਸ ਹੈਗੇ ਆ ਜਾਂ ਇਹਨਾਂ ਦੀ ਕਮੀ ਨਾਲ ਕਿਹੜੇ ਰੋਗ ਹੁੰਦੇ ਹਨ, ਬਸ ਇੱਥੋਂ ਤੱਕ ਆਪਾਂ ਯਾਦ ਰੱਖਣਾ ਅਤੇ ਤੁਹਾਡਾ PS ਟੈਟ ਆਰਾਮ ਨਾਲ ਕਲੀਅਰ ਹੋ ਜਾਏਗਾ, ਠੀਕ ਹੈ। soluble of the substance such as vitamin A for the destruction of the oxygen, ਔਰ ਇਹਦੀ ਆਕਸੀਜਨ ਦੀ ਜਿਹੜੀ ਆ ਡਿਸਟਰਕਸ਼ਨ ਤੋਂ ਜਿਹੜੇ ਬਚਾ ਕਰਦਾ ਜਿਹੜੇ ਸਬਸਟਾਂਸ ਹੁੰਦੇ, ਇਟ ਇਜ਼ ਦਾ ਪ੍ਰੋਟੈਕਟ ਦਾ RBC ਐਂਡ WBC। ਇਹ RBC ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਹਨ ਬੋਡੀ ਦੇ ਅੰਦਰ, ਔਰ ਵਾਈਟ ਬਲੱਡ ਸੈੱਲ ਹੁੰਦੇ ਉਹਨਾਂ ਦੀ ਪ੍ਰੋਟੈਕਸ਼ਨ ਕਰਦਾ ਹੈ। ਡੈਫੀਸ਼ੀਐਂਸੀ, ਇਹਦੀ ਡੈਫੀਸ਼ੀਐਂਸੀ ਨਾਲ ਕੀ ਪ੍ਰੋਬਲਮ ਆ ਜਾਂਦੀ ਹੈ? ਕਾਜ਼ ਆਫ ਨਰਵ ਪ੍ਰੋਬਲਮ ਆ ਜਾਂਦੀ। ਨਰਵ ਜਿਹੜੀ ਬੋਡੀ ਦੇ ਅੰਦਰ ਆਪਣੇ ਨਰਵਸ ਸਿਸਟਮ ਦੇ ਅੰਦਰ ਨਰਵ ਉਹਨਾਂ ਦੀ ਪ੍ਰੋਬਲਮ ਆਉਂਦੀ ਹੈ। ਵੈਰੀ ਰੇਅਰਲੀ ਸੀਨਸ ਡੈਫੀਸ਼ੀਐਂਸੀ ਇਜ਼ ਦਾ ਕਾਜ਼ ਦੋਜ਼ with the very low level of the fat. It is also lead to the Alzheimer ਜਿਹੜੀ ਬਿਮਾਰੀ ਹੈ ਉਹਨੂੰ ਵੀ ਇਹ ਲੀਡ ਕਰਦੀ ਦੀ ਕਮੀ। ਅਗਰ ਜੇ ਬੋਡੀ ਦੇ ਅੰਦਰ ਵਿਟਾਮਿਨ ਈ ਦੀ ਕਮੀ ਹੋ ਜਾਏ ਤਾਂ ਅਲਜ਼ਾਈਮਰ ਡਿਜ਼ੀਜ਼ ਹੋ ਜਾਂਦੀ ਹੈ। ਡਿਲੇ ਇਨ ਦਾ ਵਿਟਾਮਿਨ ਈ ਕਾਜ਼ ਦਾ ਹਾਈਪਰਥਰਮੋਮੀਆ। ਇਹਦੇ ਫੰਕਸ਼ਨ ਦੇਖ ਲੈਂਦੇ ਹਾਂ। ਫੰਕਸ਼ਨ ਕੀ ਹੈ? ਇੰਪੋਰਟੈਂਸ ਫॉर ਦਾ ਪ੍ਰੋਟੈਕਸ਼ਨ ਆਫ ਦਾ ਸੈੱਲ ਮੈਂਬਰੇਨ, ਜਿਹੜੀ ਸੈੱਲ ਦੀ ਮੈਂਬਰੇਨ ਹੁੰਦੀ ਹੈ ਉਹਦੀ ਪ੍ਰੋਟੈਕਸ਼ਨ ਲਈ ਬਹੁਤ ਜ਼ਰੂਰੀ ਹੁੰਦਾ ਹੈ। ਆਲਸੋ ਇੰਪੋਰਟੈਂਸ ਦਾ ਰੀਪਰੋਡਕਸ਼ਨ, ਮੈਂ ਦੱਸਿਆ ਸੀ ਨਾ ਫੀਮੇਲ ਲਈ ਬਹੁਤ ਜ਼ਰੂਰੀ ਹੈ, ਰੀਪਰੋਡਕਸ਼ਨ ਲਈ ਬਹੁਤ ਜ਼ਰੂਰੀ ਹੈ। ਫਾਰਮੇਸ਼ਨ ਆਫ ਦਾ RBC ਦੀ ਫਾਰਮੇਸ਼ਨ ਲਈ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ।
ये सोर्स देख लेने कितों कितों मिलता सानू विटामिन ई। तो साढ़े ग्रीन जिन्ने वैजीटेबल्स हैं ਜਾਂ ਵੈਜੀਟੇਬਲਸ ऑयल है उन्होंने ਵਿੱਚੋਂ ਇਹ ਮਿਲਦਾ ਹੈ। ਸੈਰਲ ਗ੍ਰੀਨਸ ਜਿਹੜੇ ਜਿੰਨੇ ਵੀ ਅਨਾਜ ਹਨ ਫੈਟ ਐਂਡ ਨਟਸ ਵਿੱਚੋਂ ਸਾਨੂੰ ਬਹੁਤ ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ। ਨੈਕਸਟ ਗੱਲ ਕਰਦੇ ਹਾਂ ਵਿਟਾਮਿਨ ਕੇ। ਵਿਟਾਮਿਨ ਕੇ ਆਲਸੋ ਇੰਪੋਰਟੈਂਟ ਵਿਟਾਮਿਨ ਫॉर द ਹਿਊਮਨ ਬੋਡੀ। ਹਿਊਮਨ ਬੋਡੀ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਿਟਾਮਿਨ ਕੇ। ਠੀਕ ਹੈ, ਤੇ ਵਿਟਾਮਿਨ ਕੇ ਬਾਰੇ ਅਸੀਂ ਪੜ੍ਹਾਂਗੇ। ਸਭ ਤੋਂ ਜ਼ਰੂਰੀ ਹੈ ਜਿਹੜੀ ਬਲੱਡ ਕਲੌਟਿੰਗ ਕਰਨ ਵਿੱਚ ਹੈਲਪ ਕਰਦਾ ਹੈ ਉਹ ਕਿਹੜਾ ਵਿਟਾਮਿਨ ਹੈ, ਉਹ ਵਿਟਾਮਿਨ ਸਾਡਾ ਕੇ ਹੈ। ਇਹ ਯਾਦ ਰੱਖਣੇ, ਕੁਐਸਚਨ ਬਣ ਜਾਂਦਾ। ਆਲਸੋ ਕਾਲਡ ਦਾ ਪੈਲੋਕੁਆਇਨਾਈਨ ਕਿਹਾ ਜਾਂਦਾ ਇਸ ਨੂੰ। ਤੇ ਦਾ ਸਾਇੰਟੀਫਿਕ ਨੇਮ ਕੀ ਹੈ ਇਹ ਦੇਖ ਲੈਣਾ ਤੁਸੀਂ, ਪਾਇਲੋਕੁਲੀਨ ਹੈ। ਇਹਨੂੰ ਵਿਟਾਮਿਨ K1 ਵੀ ਕਿਹਾ ਜਾਂਦਾ ਹੈ, ਪਾਇਲੋਕੁਲੀਨ ਨੂੰ। ਵਿਟਾਮਿਨ K2, ਇਹ 3 ਟਾਈਪ ਦੇ ਵਿਟਾਮਿਨ ਕੇ ਹੁੰਦੇ ਹਨ। ਵਿਟਾਮਿਨ K2 ਨੂੰ ਮੈਨਾ ਕੋਇਲਿਨ ਕਿਹਾ ਜਾਂਦਾ ਹੈ, ਔਰ ਵਿਟਾਮਿਨ K3 ਨੂੰ ਮੈਨਾ ਡਾਇਓਨ ਕਿਹਾ ਜਾਂਦਾ ਹੈ, ਮੈਨਾ ਡਾਇਓਨ। ਤਾਂ ਇਹ ਦੇਖ ਲੈਣਾ ਤੁਸੀਂ ਕਿ ਮੇਨਲੀ ਵਿਟਾਮਿਨ ਕੇ ਦਾ ਹੁੰਦਾ ਉਹ ਤੁਸੀਂ ਦੇਖ ਲੈਣਾ ਫਾਈਲੋਕੁਲੀਨ ਹੀ ਇਹਦਾ ਸਾਇੰਟੀਫਿਕ ਨੇਮ ਹੈ, ਇਹ ਯਾਦ ਰੱਖਣਾ ਤੁਸੀਂ। ਵਿਟਾਮਿਨ ਕੇ ਪਲੱਸ ਪ੍ਰੋਥਰੋਮੋਬਿਨ ਜਦੋਂ ਪਲੱਸ ਹੁੰਦਾ ਹੈ ਐਡ ਹੁੰਦਾ ਹੈ ਤਾਂ ਕੀ ਹੈ ਬਲੱਡ ਕਲੌਟਿੰਗ ਹੁੰਦੀ ਹੈ। ਇਹ ਇਕੱਲਾ ਵਿਟਾਮਿਨ ਕੇ ਨਹੀਂ ਬਲੱਡ ਕਲੌਟਿੰਗ ਕਰਦਾ, ਜਦੋਂ ਪ੍ਰੋਥਰੋਮੋਬਿਨ ਇਹਦੇ ਵਿੱਚ ਐਡ ਹੁੰਦਾ ਹੈ ਤਾਂ ਉਦੋਂ ਬਲੱਡ ਕਲੌਟਿੰਗ ਹੋ ਜਾਂਦੀ ਹੈ, ਜਿਸ ਕਰਕੇ ਇਹ ਖੂਨ ਦਾ ਥੱਕਾ ਜਮਾਉਣ ਵਿੱਚ ਕੰਮ ਆਉਂਦਾ ਹੈ। ਖੂਨ ਦਾ ਥੱਕਾ ਜਮਾਉਣ ਵਿੱਚ ਕੰਮ ਕਰਦਾ ਹੈ। ਇਹ ਕੁਐਸਚਨ ਬਣ ਜਾਂਦਾ ਕਿ ਖੂਨ ਨੂੰ ਜਮਾਉਣ ਜਾਂ ਥੱਕਾ ਜਮਾਉਣ ਵਿੱਚ ਕਿਹੜਾ ਵਿਟਾਮਿਨਸ ਹੈਲਪ ਕਰਦਾ ਹੈ, ਉਹ ਵਿਟਾਮਿਨ ਕੇ ਹੈ। ਇਹ ਪ੍ਰੋਥਰੋਮੋਬਿਨ ਜਿਹੜਾ ਐਡ ਹੁੰਦਾ ਇਹਦੇ ਵਿੱਚ। ਇਹਦੀ ਡੈਫੀਸ਼ੀਐਂਸੀ ਦੇਖ ਲੈਂਦੇ ਹਾਂ। ਇਹਦੀ ਡੈਫੀਸ਼ੀਐਂਸੀ ਨਾਲ ਕੀ ਹੁੰਦਾ ਹੈ, ਇਹ ਜ਼ਿਆਦਾ ਜਿਹੜੀ ਐਕਸੈਸਿਵ ਇਹਦੀ ਬਲੀਡਿੰਗ ਹੁੰਦੀ ਹੈ ਉਹਦੇ ਲਈ ਜ਼ਰੂਰੀ ਹੋ ਜਾਂਦਾ ਹੈ। ਜੋ ਵਰਡ ਹੈ ਹੈਮਰਜਿਕ, ਇਹ ਕੀ ਹੈ ਜਦੋਂ ਐਕਸੈਸਿਵ ਜਦੋਂ ਬੋਡੀ ਦੇ ਅੰਦਰ ਕੀ ਹੈ ਬਲੀਡਿੰਗ ਹੁੰਦੀ ਹੈ, ਉਹ ਕੀ ਕਾਹਦੇ ਕਰਕੇ ਹੁੰਦੀ, ਕਿਉਂਕਿ ਬਲੱਡ ਕਲੌਟ ਨਹੀਂ ਬਣਦੇ ਇਹਦੀ ਕਮੀ ਕਰਕੇ, ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਬਲੱਡ ਬਹਿ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਆ, ਅਤੇ ਅਨੀਮੀਆ ਹੋ ਜਾਂਦਾ ਬਲੱਡ ਦੀ ਜਦੋਂ ਕਮੀ ਹੋ ਜਾਂਦੀ ਹੈ ਤਾਂ ਉਹਨੂੰ ਅਨੀਮੀਆ ਇਹਦੇ ਨਾਲ ਵਿਟਾਮਿਨ ਕੇ ਦੀ ਕਮੀ ਨਾਲ ਵੀ ਹੋ ਜਾਂਦੀ ਹੈ। ਇਹਦੇ ਫੰਕਸ਼ਨ ਕੀ ਹੈ, ਹੈਲਪ ਇਨ ਦਾ ਕਲੌਟਿੰਗ ਬਲੱਡ ਦਾ ਥੱਕਾ ਜਮਾਉਣ ਵਿੱਚ ਕੰਮ ਕਰਦਾ ਹੈ। ਆਲਸੋ ਹੈਲਪ ਦਾ ਵਿਟਾਮਿਨ ਡੀ ਇਨ ਦਾ ਹੈਲਪਿੰਗ ਟੂ ਰੈਗੂਲੇਟ ਦਾ ਬਲੱਡ ਕੈਲਸ਼ੀਅਮ ਲੈਵਲ। ਵਿਟਾਮਿਨ ਡੀ ਦੇ ਲਈ ਵੀ ਹੈਲਪ ਕਰਦਾ ਹੈ ਬਲੱਡ ਦੇ ਕੈਲਸ਼ੀਅਮ ਲੈਵਲ ਨੂੰ ਮੇਨਟੇਨ ਕਰਨ ਲਈ। ਸੋਰਸ ਕੀ ਹੈ ਇਹਦੇ, ਸੇਮ ਹੈ ਗ੍ਰੀਨ ਲੀਫੀ ਵੈਜੀਟੇਬਲਸ, ਐਗ, ਯੋਕ, ਲੀਵਰ, ਫਿਸ਼ ਐਂਡ GI ਬੈਕਟੀਰੀਆ। GI ਬੈਕਟੀਰੀਆ ਇਹਦੇ GI ਦੀ ਫੁੱਲ ਫਾਰਮ ਕੀ ਆ, ਗੈਸਟ੍ਰੋ ਇੰਟੈਸਟਾਈਨ ਜੋ ਹੈ ਬੈਕਟੀਰੀਆ ਹੁੰਦੇ ਆ ਜਿਹੜੇ ਆਪਣੇ ਛੋਟੀ ਆਂਤੜੀ ਔਰ ਵੱਡੀ ਆਂਤੜੀ ਦੇ ਵਿੱਚ ਜਿਹੜੇ ਬੈਕਟੀਰੀਆ ਹੁੰਦੇ ਆ, ਜਿਹੜੇ ਆਪਣੇ ਲਈ ਬਹੁਤ ਜ਼ਿਆਦਾ ਹੈਲਪਫੁਲ ਬੈਕਟੀਰੀਆ ਹੁੰਦੇ ਹਨ, ਔਰ ਜਿਹੜੇ ਐਂਟੀ ਇਨਫੈਕਸ਼ਨ ਦਾ ਕੰਮ ਕਰਦੇ ਆ, ਆਪਣੇ ਇਨਫੈਕਸ਼ਨ ਨੂੰ ਮਾਰਦੇ ਆ। ਜਿਹੜੇ ਬੋਡੀ ਲਈ ਹਾਰਮਫੁਲ ਬੈਕਟੀਰੀਆ ਹੁੰਦੇ ਆ ਉਹਨਾਂ ਨੂੰ ਖਤਮ ਕਰਦੇ ਆ, ਉਹਨਾਂ ਨੂੰ ਕੀ ਕਹਿੰਦੇ ਆ, ਇਹ ਬੈਕਟੀਰੀਆ ਕਹਿੰਦੇ ਆ GI ਬੈਕਟੀਰੀਆ ਕਿਹਾ ਜਾਂਦਾ ਇਹਨਾਂ ਨੂੰ। ਵਾਟਰ ਸੋਲੂਬਲ ਜੋ ਵਿਟਾਮਿਨਸ ਹੈ ਉਹਦੇ ਵਿੱਚ ਮੇਨਲੀ ਆ ਜਾਂਦਾ ਆਪਣਾ ਵਿਟਾਮਿਨ ਬੀ। ਡੈਫੀਸ਼ੀਐਂਸੀ ਇਹਦਾ ਬੇਰੀ ਦਾ ਜਿਹੜਾ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਵਿਟਾਮਿਨ ਬੀ ਦੀ ਕਮੀ ਨਾਲ ਕੀ ਹੋ ਜਾਂਦਾ, ਬੇਰੀ ਦੀ ਬਿਮਾਰੀ ਹੁੰਦੀ ਹੈ, ਰੋਗ ਹੋ ਜਾਂਦਾ ਹੈ। It has been the differentiated into the at least 11 separate and the distinct chemical entries out of the which 8 are the required for the body। कहना मतलब ये है कि टोटल ਜਿਹੜੇ ਵਿਟਾਮਿਨ ਬੀ ਹੈ ਉਹ 11 ਹਨ, ਪਰ ਆਪਣੀ ਬੋਡੀ ਨੂੰ ਕਿੰਨੇ ਚਾਹੀਦੇ ਆ, ਵਿਟਾਮਿਨ ਬੀ 8 ਹੈ ਜੋ ਰਿਕੁਆਇਰਮੈਂਟ ਹੈ, ਉਹ ਅਸੀਂ ਦੇਖਦੇ ਹਾਂ ਕਿਹੜੇ ਕਿਹੜੇ ਹਨ। ਫਸਟਲੀ ਹੈ ਵਿਟਾਮਿਨ B1। ਇੱਥੇ ਜ਼ਿਆਦਾ ਡੀਪ 'ਚ ਨਹੀਂ ਜਾਣਾ ਵਿਟਾਮਿਨਾਂ ਦੇ, ਇਹਨਾਂ ਦੇ ਸਿਰਫ ਕੀ ਆ, ਇਹਨਾਂ ਦੇ ਸਾਇੰਟੀਫਿਕ ਨੇਮ ਯਾਦ ਰੱਖਣੇ ਜਾਂ ਇਹਨਾਂ ਦੀ ਡੈਫੀਸ਼ੀਐਂਸੀ ਯਾਦ ਰੱਖਣੀ। ਵਿਟਾਮਿਨ B1 ਆਲਸੋ ਨੋਨ ਐਜ਼ ਦਾ ਐਸਥਾਨੀਮਿਨ, ਠੀਕ ਹੈ, ਇਹਨੂੰ ਯਾਦ ਰੱਖਣਾ। ਵਿਟਾਮਿਨ B2 ਆਲਸੋ ਨੋਨ ਐਜ਼ ਦਾ ਰਿਬੋਫਲੇਮਿਨ, ਇਹਦਾ ਸਾਇੰਟੀਫਿਕ ਨੇਮ ਯਾਦ ਰੱਖਣਾ ਤੁਸੀਂ, ਵਿਟਾਮਿਨ B1 ਦਾ, ਵਿਟਾਮਿਨ B2 ਦਾ। ਵਿਟਾਮਿਨ B3 ਇਹਨੂੰ ਨਾਇਓਸਿਨ ਵੀ ਕਿਹਾ ਜਾਂਦਾ, ਇਹਦਾ ਜਿਹੜਾ ਸਾਇੰਟੀਫਿਕ ਨੇਮ ਹੈ ਨਾਇਓਸਿਨ। B5 ਦਾ ਜੋ ਹੈ ਪੈਂਟਾਥੈਨਿਕ ਐਸਿਡ, ਇਹਦਾ यह साइंटिफिक नेम है याद रखना। B6 का पैराडायक्सिन, B7 का बायोटीन, ये याद रखने ये साइंटिफिक नेम है जेडे B7 जो है बायोटीन इन्हों कहा जाता है। B9 फोलेट और फॉलिक एसिड के नाम ना जाना जाता है। और B12 बॉडी लिए बहुत ज़्यादा जरूरी होंगे है, इनू की कहते हैं साइनोकोबलामिन, यह साइंटिफिक नेम है याद रखना। B12 जोड़ा है उन्होंने की कहता है साइंटिफिक नेम साइनोकोबलामिन, इसका साइंटिफिक नेम है। ये डेफिशिएंसी थायमिन जी है वो बेरी की हो जाती है, वेट एंड ड्राई हो जाती है, जी स्किन भी हो जाती है और बॉडी से काफ़ी प्रॉब्लम आ जाती है। डेफिशिएंसी ऑफ रिबोफ्लेविन B2 नाल की होता है रिबोफ्लोमिनेसिस हो जाता है, ये याद रखना। B6 की प्रॉब्लम पैराडायक्सोमिन एंड
ਮਾਈਕਰੋਸਾਈਟਿਕ ਅਨੀਮੀਆ ਹੋ ਜਾਂਦਾ ਹੈ। ਇਹ ਸਾਰੇ ਇਹਨਾਂ ਦੇ ਜਿਹੜੇ ਮਤਲਬ ਕਿ ਡੈਫੀਸ਼ੀਐਂਸੀ ਲਿਖੀਆਂ ਹੋਈਆਂ ਹਨ, ਉਹ ਡੈਫੀਸ਼ੀਐਂਸੀ B7 ਬਾਇਓਟਿਨ ਦਾ ਫਾਰਮੇਸ਼ਨ ਆਫ ਯੂਰੀਆ, ਜਿਹੜਾ ਆਪਣਾ ਯੂਰੀਆ ਬਣਦਾ ਹੈ ਉਹਦੀ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੀ ਡੈਫੀਸ਼ੀਐਂਸੀ ਕਰਕੇ। ਡੈਫੀਸ਼ੀਐਂਸੀ ਆਫ B9 ਬਲੱਡ ਸੈਲਸ ਗੈਟ ਦਾ ਡਿਸਟਰਬ, ਜਿਹੜੇ ਆਪਣੇ ਬਲੱਡ ਸੈੱਲ ਹੁੰਦੇ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਆ B9 ਦੀ ਕਮੀ ਨਾਲ। ਐਂਡ B12 ਦੀ ਕਮੀ ਨਾਲ ਕੀ ਹੋ ਜਾਂਦਾ ਹੈ, ਆਪਣਾ ਪੈਰਾਨੀਸੀਆ ਅਨੀਮੀਆ ਹੋ ਜਾਂਦਾ ਹੈ। ਤੇ ਇਸ ਕਰਕੇ ਸਾਰੇ ਆਪਣੇ ਜਿਹੜੇ ਵਿਟਾਮਿਨਸ ਹੈ ਬੋਡੀ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਹਨ। ਸੈਕਿੰਡ ਜੋ ਵਾਟਰ ਸੋਲੇਬਲ ਵਿਟਾਮਿਨ ਹੈ ਵਿਟਾਮਿਨ ਸੀ, ਆਲਸੋ ਕਾਲਡ ਦਾ ਐਸਕੋਰਬਿਕ ਐਸਿਡ ਕਿਹਾ ਜਾਂਦਾ ਇਹਨਾਂ ਨੂੰ, ਇਹਦਾ ਸਾਇੰਟੀਫਿਕ ਜੋ ਨੇਮ ਹੈ ਵਿਟਾਮਿਨ ਸੀ ਦਾ। ਡੈਫੀਸ਼ੀਐਂਸੀ ਸਕਰਵੀ ਹੋ ਜਾਂਦਾ ਹੈ, ਸਕਰਵੀ ਡਿਜ਼ੀਜ਼ ਹੋ ਜਾਂਦੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਣਾ। ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ, ਠੀਕ ਹੈ। ਸਵੈਲਿੰਗ ਅਪ ਹੋ ਜਾਂਦਾ, ਬਲੀਡ ਲੀਡਸ ਟੂ ਜੁਆਇੰਟਸ ਪੇਨ, ਰਿਟਾਰਡਸ ਆਫ ਦਾ ਗਰੋਥ ਇਨ ਇਨਫੈਂਟਸ, ਜੋ ਛੋਟੇ ਬੱਚੇ ਹੁੰਦੇ ਹਨ, ਬੇਬੀ ਸ਼ਿਸ਼ੂ ਹੁੰਦੇ ਹਨ, ਉਹਨਾਂ ਦੀ ਜਿਹੜੀ ਗਰੋਥ ਹੈ ਉਹ ਪ੍ਰੋਪਰ ਨਹੀਂ ਹੋ ਪਾਉਂਦੀ ਇਸ ਦੀ ਕਮੀ ਨਾਲ। ਐਂਡ ਸ਼ਾਰਟਨੈਸ ਐਂਡ ਬਰੀਥ, ਜਿਹੜੀ ਸਾਹ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ। ਇਹਦੇ ਫੰਕਸ਼ਨ ਕੀ ਹੈ, ਨੀਡਡ ਟੂ ਦਾ ਮੇਨਟੇਨੈਂਸ ਆਫ ਦਾ ਲਿਗਾਮੈਂਟਸ, ਟੈਂਡਨਸ ਐਂਡ ਅਦਰਸ ਸਪੋਰਟਿਵ ਟਿਸ਼ੂ ਐਂਡ ਸਟਰੋਂਗ ਬਲੱਡ ਵੈਸਲਸ ਨੂੰ। ਰਿਮੂਵਲ ਆਫ ਦਾ ਸਟ੍ਰੈਸ, ਰਿਮੂਵਲ ਜੋ ਸਟ੍ਰੈਸ ਰਿਮੂਵ ਕਰਦਾ ਹੈ, ਇਸ ਦੀ ਹੈਲਪ ਨਾਲ ਜਿਹੜਾ ਸਟ੍ਰੈਸ ਰਿਮੂਵ ਹੋ ਜਾਂਦਾ ਹੈ। ਥਰਡ ਫੰਕਸ਼ਨ ਹੈਗਾ ਦਾ ਫਾਰਮੇਸ਼ਨ ਆਫ ਹੀਮੋਗਲੋਬਿਨ ਐਂਡ ਦਾ ਡਿਵੈਲਪਮੈਂਟ ਆਫ ਦਾ RBC, ਹੀਮੋਗਲੋਬਿਨ ਦੀ ਫਾਰਮੇਸ਼ਨ ਵਿੱਚ ਹੈਲਪ ਕਰਦਾ ਹੈ ਔਰ RBC ਦੀ ਡਿਵੈਲਪਮੈਂਟ ਕਰਦਾ ਹੈ। ਔਰ ਹੀਮੋਗਲੋਬਿਨ ਨੂੰ ਜਿਹੜਾ ਆਇਰਨ ਹੈ ਉਹਦੇ ਹੀਮੋਗਲੋਬਿਨ ਵਿੱਚ ਅਬਜ਼ਰਵੇਸ਼ਨ ਕਰਨ ਦੇ ਕੰਮ ਆਉਂਦਾ ਹੈ, ਜਿਹੜਾ ਹੈ ਵਿਟਾਮਿਨ ਸੀ। ਵਾਟਰ ਜੋ ਹੈ ਇਹ ਮੈਕਰੋ ਮਿਨਰਲ ਵਿੱਚ ਆਉਂਦਾ, ਯਾਦ ਰੱਖਣਾ, ਮੈਕਰੋ ਮਿਨਰਲ ਵਿੱਚ, ਕਿਉਂਕਿ ਬੋਡੀ ਨੂੰ ਇਹ ਜ਼ਿਆਦਾ ਅਮਾਊਂਟ ਵਿੱਚ ਜ਼ਰੂਰਤ ਹੁੰਦੀ ਹੈ, ਇਸ ਲਈ ਮੈਕਰੋ ਮਿਨਰਲ ਵਿੱਚ ਕਾਊਂਟ ਹੁੰਦਾ ਹੈ। ਵਾਟ ਇਜ਼ ਦਾ ਇੰਪੋਰਟੈਂਟ ਐਲੀਮੈਂਟਸ ਆਫ ਦਾ ਬੈਲੈਂਸ ਡਾਇਟ, ਬੈਲੈਂਸ ਡਾਇਟ ਦਾ ਬਹੁਤ ਜ਼ਿਆਦਾ ਜ਼ਰੂਰੀ ਇੰਪੋਰਟੈਂਸ ਜਿਹੜਾ ਐਲੀਮੈਂਟਸ ਹੈ ਮੇਕਸ ਅਪ, ਜਿਹੜੀ ਇਟ ਇਜ਼ ਮੇਕ ਅਪ ਆਲਮੋਸਟ 7% ਆਵਰ ਬੋਡੀ, ਇਹ ਸਾਡੀ ਬੋਡੀ ਹੁੰਦੀ ਹੈ 70% ਪਾਣੀ ਤੋਂ ਮਿਲ ਕੇ ਬਣਦੀ ਹੈ। ਲਾਈਫ ਪ੍ਰੋਸੈਸ ਕੈਨਟ ਅਕਿਓਰ ਵਿਦਾਊਟ ਵਾਟਰ, ਪਾਣੀ ਦੇ ਬਿਨਾਂ ਜਿਹੜੀ ਲਾਈਫ ਹੈ ਉਹਨੂੰ ਸੋਚਣਾ ਵੀ ਮੁਸ਼ਕਿਲ ਹੈ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਬੋਡੀ ਦੇ ਅੰਦਰ ਮੈਟਾਬੋਲਿਜ਼ਮ ਲਈ, ਠੀਕ ਹੈ। ਹੈਜ਼ ਦਾ ਐਸਟੀਮੇਟ ਵੀ ਦਾ ਕਹਿਣ ਦਾ ਸਰਵਾਈਵ ਲੋਸ ਅਪ ਟੂ 40% ਆਵਰ ਬੋਡੀ weight in fats, carbs and protein, but for the water reductions of the 9 to 12 loss water can be fatal। ਇਹ ਕਿਹਾ ਗਿਆ ਹੈ ਕਿ ਬੋਡੀ ਦੇ ਅੰਦਰ ਪਾਣੀ ਦੀ ਮਾਤਰਾ ਬਹੁਤ ਜ਼ਰੂਰੀ ਚਾਹੀਦੀ, ਜਿੰਨੇ ਕਿ ਕਾਰਬੋਹਾਈਡਰੇਟਸ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਇਲੈਕਟ੍ਰੋਲਾਈਟਸ ਲੋਟਸ ਇਨ ਦਾ ਸਵੈਟ, ਜਿਹੜੇ ਪਸੀਨੇ ਦੇ ਥਰੂ ਜਿਹੜੀ ਆਪਣੀ ਇਲੈਕਟ੍ਰੋਲਾਈਟਸ ਆ 99% ਜਿਹੜੇ ਉਹ ਲੋਸਟ ਹੋ ਜਾਂਦੇ ਆ ਵਾਟਰ ਦੇ ਥਰੂ। ਸਵੈਟ ਕੰਟੇਨ ਦਾ ਲਾਰਜ ਅਮਾਊਂਟ ਆਫ ਦਾ ਸੋਡੀਅਮ ਐਂਡ ਕਲੋਰਾਈਨ ਬਟ ਲਿਟਲ ਕੇ ਕੈਲਸ਼ੀਅਮ ਐਂਡ ਮੈਗਨੀਸ਼ੀਅਮ, ਜਿਹੜੇ ਕਿ ਪਸੀਨੇ ਦੇ ਥਰੂ ਸਾਡੇ ਬੋਡੀ ਦੇ ਅੰਦਰ ਸੋਡੀਅਮ ਐਂਡ ਕਲੋਰਾਈਨ ਬਹੁਤ ਜ਼ਿਆਦਾ ਮਾਤਰਾ ਵਿੱਚ ਨਿਕਲ ਜਾਂਦਾ ਹੈ। ਵਿਟਾਮਿਨ ਕੇ ਐਂਡ ਕੈਲਸ਼ੀਅਮ ਮੈਗਨੀਸ਼ੀਅਮ ਵੀ ਥੋੜ੍ਹੀ ਮਾਤਰਾ ਵਿੱਚ ਚਲਾ ਜਾਂਦਾ ਹੈ। ਨੋਰਮਲ ਜੋ ਵੂਮਨ ਲਈ ਸਾਨੂੰ ਡੇਲੀ ਰੂਟੀਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ, 2.7 ਜਾਂ 3 ਲੀਟਰ ਪਰ ਡੇ ਦੇ ਹਿਸਾਬ ਨਾਲ ਹੈ। ਤੇ ਮੈਨ ਲਈ 3.7 ਮੀਨਸ ਲਗਭਗ 4 ਲੀਟਰ ਦੇ ਬਰਾਬਰ ਦਿਨ ਵਿੱਚ ਪਾਣੀ ਪੀਣਾ ਜ਼ਰੂਰੀ ਹੈ। ਇਹਦੇ ਫੰਕਸ਼ਨ ਕੀ ਹੈ, ਇਹ ਡਾਈਜੈਸ਼ਨ ਸਿਸਟਮ ਲਈ ਹੈਲਪ ਕਰਦਾ, ਬ੍ਰੇਕ ਡਾਊਨ ਆਫ ਦਾ ਕੰਪਲੈਕਸ ਫੂਡ ਮੈਟਾਬੋਲਿਜ਼ਮ, ਭੋਜਨ ਨੂੰ ਤੋੜਨ ਔਰ ਉਹਨੂੰ ਡਾਈਜੈਸ਼ਨ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਹੈ। ਪਾਣੀ ਦੀ ਇੰਪੋਰਟੈਂਸ ਤੁਸੀਂ ਜਾਣਦੇ ਹੋ, ਜ਼ਿਆਦਾ ਜ਼ਰੂਰਤ ਨਹੀਂ ਹੈ ਡੀਪ 'ਚ ਦੱਸਣ ਦੀ, ਇਹ ਮੋਸਟਲੀ ਈਜ਼ੀ ਹੈ। ਇਹ ਟਰਾਂਸਪੋਰਟ ਫੂਡ ਦੀ ਟਰਾਂਸਪੋਰਟ ਕਰਨ ਵਿੱਚ ਜਾਂ ਬੋਡੀ ਦੀ ਜਿਹੜੇ ਨਿਊਟ੍ਰੀਐਂਟਸ ਹਨ ਉਹਨੂੰ ਟਰਾਂਸਪੋਰਟ ਕਰਨ ਦੇ ਵਿੱਚ ਹੈਲਪ ਕਰਦਾ, ਕਿਉਂਕਿ ਬਲੱਡ ਦੇ ਵਿੱਚ ਵੀ ਪਾਣੀ ਦੀ ਮਾਤਰਾ ਹੁੰਦੀ ਹੈ। ਇਟ ਇਜ਼ ਕੀਪ ਬੋਡੀ ਕੂਲ ਥਰੂਆਊਟ ਦਾ ਟਰਾਂਸਪੀਰੇਸ਼ਨ, ਬੋਡੀ ਦੀ ਜਿਹੜੇ ਟੈਂਪਰੇਚਰ ਨੂੰ ਕੂਲ ਰੱਖਣ ਜਾਂ ਮੇਨਟੇਨ ਰੱਖਣ ਵਿੱਚ ਹੈਲਪ ਕਰਦਾ। ਇਟ ਇਜ਼ ਹੈਲਪ ਟੂ ਦਾ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਵਿੱਚ ਬੋਨ ਐਂਡ ਫਰੋਮ ਦਾ ਬਿਕਮ ਬਿਟਲ ਐਂਡ ਡਰਾਈ ਹੋਣ ਤੋਂ ਜਾਂ ਉਹਨਾਂ ਨੂੰ ਖੁਸ਼ਕ ਹੋਣ ਤੋਂ ਬਚਾਉਂਦਾ ਬੋਨਸ ਨੂੰ। ਵਾਟ ਆਰ ਦਾ ਮੋਰ ਇੰਪੋਰਟੈਂਸ ਆਫ ਫੂਡ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਇਟ ਕੀਪ ਦਾ ਨਿਊਟ੍ਰੀਐਂਟਸ ਸੋਲਿਊਸ਼ਨ ਫਰੋਮ ਦਾ ਸੋ ਦੇ ਮੇ ਬੀ ਅਬਜ਼ਰਵ ਐਂਡ ਥਰੂਆਊਟ ਦਾ ਇੰਟੈਸਟਾਈਨਲ ਵਾਲਸ, ਇਹ ਕੀ ਆ, ਭੋਜਨ ਨੂੰ ਲਿਜਾਣ ਔਰ ਟਰਾਂਸਪੋਰਟ ਕਰਨ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ, ਅਬਜ਼ਰਵ ਕਰਨ ਵਿੱਚ, ਕਿਉਂਕਿ ਜਿਹੜੀਆਂ ਆਪਣੀ ਵੱਡੀਆਂ ਛੋਟੀਆਂ ਆਂਤ ਦੀ ਵਾਲ ਦੇ ਵਿੱਚ ਇਹਨਾਂ ਨੂੰ ਸੋਖ ਲਿਆ ਜਾਂਦਾ, ਪਾਣੀ ਜਿਹੜਾ ਹੈ ਉਹ ਵੱਡੀ ਆਂਤ ਦੇ ਵਿੱਚ ਸੋਖਿਆ ਜਾਂਦਾ ਸਾਰਾ ਪਾਣੀ, ਇਹ ਯਾਦ ਰੱਖਣਾ। ਔਰ ਫੂਡ ਛੋਟੀ ਆਂਤ ਵਿੱਚ ਸਾਰਾ ਅਬਜ਼ਰਵ ਕਰ ਲਿਆ ਜਾਂਦਾ। ਇਟ ਇਜ਼ ਟਰਾਂਸਪੋਰਟ ਦਾ ਨਿਊਟ੍ਰੀਐਂਟ ਥਰੂਆਊਟ ਦਾ ਬਲੱਡ ਟੂ ਆਲ ਦਾ ਟਿਸ਼ੂਜ਼, ਇਹ ਹਰ ਟਿਸ਼ੂ ਤੱਕ ਕੀ ਹੈ ਬਲੱਡ ਸਪਲਾਈ ਕਰਨ ਵਿੱਚ ਹੈਲਪ ਕਰਦਾ ਹੈ, ਜੋ ਕਿ ਵਾਟਰ ਹੈ। ਤੇ ਦੋਸਤੋ ਅੱਜ ਦੇ ਸੁਬਹ ਅਵਸਰ 'ਤੇ ਹੈਪੀ ਦੀਵਾਲੀ ਟੂ ਆਲ ਫਿਊਚਰ ਗੌਰਮੈਂਟ ਟੀਚਰਸ। ਮੈਂ ਤਾਂ ਹੀ ਮੰਨਦਾ ਜਿਹੜੇ ਅੱਜ ਦਿਨ ਰਾਤ ਕਰਕੇ ਇਹ ਆਪਣੇ ਪੇਪਰ ਦੀ ਤਿਆਰੀ ਕਰ ਰਿਹਾ, ਔਰ ਉਮੀਦ ਹੈ 2025 ਵਿੱਚ ਸਾਰਿਆਂ ਦੇ ਹੱਥ ਵਿੱਚ ਸਰਕਾਰੀ ਕਲਮ ਹੋਊਗੀ, ਇਹ ਦੁਆ ਕਰਦਾ ਪਰਮਾਤਮਾ ਅੱਗੇ। ਅਤੇ ਇਸ ਦੀਵਾਲੀ ਦੇ ਅਵਸਰ 'ਤੇ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ, ਔਰ ਉਮੀਦ ਇਹ ਕਰਦਾ ਕਿ ਆਉਣ ਵਾਲੀ ਦੀਵਾਲੀ ਤੁਹਾਡੀ ਸਰਕਾਰੀ
ਪੈਸੇ ਨਾਲ ਤੁਸੀਂ ਮਨਾਓ, ਇਹ ਉਮੀਦ ਕਰਦਾ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਨਾ, ਸ਼ੇਅਰ ਕਰਨਾ ਆਪਣੇ 3 ਦੋਸਤਾਂ ਵਿੱਚ, ਜਿਵੇਂ ਮੈਂ ਹਰ ਵਾਰ ਕਹਿੰਦਾ ਘੱਟੋ ਘੱਟ 3 ਦੋਸਤਾਂ ਵਿੱਚ ਆਪਣੇ ਸ਼ੇਅਰ ਕਰਨਾ। ਅਤੇ ਅਗਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਇਹਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਦੋਸਤੋ, ਔਰ ਮੋਟੀਵੇਸ਼ਨ ਕਿਸੇ ਵੀ ਕੰਮ ਨੂੰ ਕਰਨ ਲਈ ਇੱਕ ਵਿਟਾਮਿਨ ਦਾ ਕੰਮ ਕਰਦੇ, ਜਿਵੇਂ ਬੋਡੀ ਨੂੰ ਹੈਲਦੀ ਰੱਖਣ ਲਈ ਵਿਟਾਮਿਨਸ ਕੰਮ ਕਰਦੇ ਹਨ। ਅਤੇ ਦੋਸਤੋ ਤੁਹਾਡੇ ਸੁਝਾਅ ਹੋਣ ਕੋਈ ਰਿਗਾਰਡਿੰਗ ਤੁਹਾਡੇ ਟੌਪਿਕ ਜਾਂ ਕਿਸ ਟੌਪਿਕ 'ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਵੀ ਦੱਸਣਾ, ਔਰ ਮੈਨੂੰ ਮੋਟੀਵੇਟ ਕਰ ਦੇਣਾ। ਤਦ ਤੱਕ ਲਈ ਦੋਸਤੋ ਹੈਪੀ ਦੀਵਾਲੀ, ਧੰਨਵਾਦ।